ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡਸ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ ਤੁਸੀਂ ਜਾਣਦੇ ਹੋ ਕਿ ਦਿਨ ਬੁੱਧਵਾਰ ਨੂੰ ਅਸੀਂ ਬਿਲਕੁਲ ਲਾਈਵ ਆਉਂਦੇ ਪ੍ਰੋਗਰਾਮ ਲੈ ਕੇ, ਜਿਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਹੁੰਦੀ ਹੈ, ਟੀਕਾ ਟਿੱਪਣੀ ਹੁੰਦੀ ਹੈ ਤੇ ਨਾਲ ਦੀ ਨਾਲ ਤੁਹਾਡੀਆਂ ਟਿੱਪਣੀਆਂ, ਤੁਹਾਡੇ ਸਵਾਲ ਵੀ ਅਸੀਂ ਲਾਈਵ ਲੈਂਦੇ ਹਾਂ, ਉਹਨਾਂ ਤੋਂ ਵੀ ਵਿਚਾਰ ਚਰਚਾ ਕਰਦੇ ਹਾਂ। ਸੋ ਅੱਜ ਵੀ ਆਪਣੇ ਸਵਾਲਾਂ ਨਾਲ, ਆਪਣੀਆਂ ਟਿੱਪਣੀਆਂ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਪਾਇਓ। ਪਰ ਉਸ ਤੋਂ ਪਹਿਲਾਂ ਉਹ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ, ਫਿਰ ਕਰਦੇ ਹਾਂ ਗੱਲਬਾਤ। ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਹੈ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਇੰਡਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ। ਤੁਸੀਂ ਸੁਣਾਓ ਦਲਜੀਤ, ਤੁਹਾਡਾ ਕਿੱਦਾਂ ਹਾਲ ਚਾਲ? ਹਾਲ ਚਾਲ ਬਹੁਤ ਵਧੀਆ। ਖਾਸ ਤੌਰ ਤੇ ਮੌਸਮ ਦੀ ਜੇ ਆਪਾਂ ਗੱਲ ਕਰੀਏ, ਮੌਸਮ ਵੀ ਬਹੁਤ ਵਧੀਆ। ਤੇ ਖਾਸ ਤੌਰ ਤੇ ਕੁਈਨਸਲੈਂਡ ਦਾ ਪਿਛਲੇ ਕੁਝ ਦਿਨਾਂ ਤੋਂ ਠੰਡ ਵੀ ਆਈ ਆ। ਵੈਸੇ ਤਾਂ ਜਾਂਦੀ ਕਹਿ ਲਓ, ਹੁਣ ਗਰਮੀਆਂ ਦੀ ਵੀ ਸਟਾਰਟਿੰਗ ਆ, ਪਰ ਪੰਜਾਬ ਦੇ ਵਿੱਚ ਮੀਂਹ ਬਹੁਤ ਪਏ ਆ। ਕਾਫੀ ਜ਼ਿਲ੍ਹੇ ਜਿਹੜੇ ਆ ਇਹ ਤੋਂ ਪ੍ਰਭਾਵਿਤ ਹੋਏ ਆ ਬਹੁਤ ਜ਼ਿਆਦਾ। ਦੇਖੋ ਮੀਂਹ ਵੈਸੇ ਤਾਂ ਅਸੀਂ ਤਰਸਦੇ ਹਾਂ ਵੀ ਮੀਂਹ ਪਵੇ, ਖਾਸ ਤੌਰ 'ਤੇ ਆਪਾਂ ਪੰਜਾਬ ਦੀ ਗੱਲ ਕਰੀਏ। ਇੱਥੇ ਅਜੇ ਮੀਂਹ ਪੈਂਦਾ ਵੀ ਹੈ ਤਾਂ ਇੰਨਾ ਕੋਈ ਖਾਸ ਆਵਾਜਾਈ ਦੇ ਉੱਤੇ ਜਾਂ ਫਰਕ ਇੰਨਾ ਨਹੀਂ ਪੈਂਦਾ। ਬਹੁਤ ਵਾਰੀ ਹੇਲ ਪੈਂਦੀ ਆ, ਉਹ ਥੋੜ੍ਹਾ ਜਿਹਾ ਪ੍ਰਭਾਵਿਤ ਕਰਦੀ ਇੱਥੇ ਦੇ ਜੀਵਨ ਨੂੰ। ਪਰ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਕਹਿ ਲਓ ਵੀ ਵੱਡੇ ਵੱਡੇ ਸ਼ਹਿਰ ਆ, ਜਿਨ੍ਹਾਂ ਨੂੰ ਕਦੀ ਕਿਹਾ ਜਾਂਦਾ ਸੀ ਵੀ ਇਹ ਕੈਲੀਫੋਰਨੀਆ ਆ, ਕਈ ਸ਼ਹਿਰਾਂ ਨੂੰ ਕਿਹਾ ਜਾਂਦਾ ਸੀ ਵੀ ਇਹ ਪੰਜਾਬ ਦੇ ਹੁਣ ਪੈਰਿਸ ਆ, ਵੀ ਉਹਨਾਂ ਦੀ ਪੋਲ ਵੀ ਖੁੱਲ੍ਹ ਗਈ ਆ। ਉਹਨਾਂ ਦੇ ਸੀਵਰੇਜ ਸਿਸਟਮ ਦੇ ਵਿੱਚ ਜਿੰਨਾ ਪ੍ਰੋਬਲਮ ਆਈ ਆ, ਜਿੰਨਾ ਜ਼ਿਆਦਾ ਪਾਣੀ ਸੜਕਾਂ ਦੇ ਵਿੱਚ ਖੜ੍ਹਾ ਹੋ ਗਿਆ, ਅਤੇ ਜਿੱਦਾਂ ਲੋਕ ਡੁੱਬ ਕੇ ਜਾ ਰਹੇ ਆ, ਸੜਕਾਂ ਦੇ ਉੱਤੋਂ ਲੰਘ ਰਹੇ ਆ, ਅਤੇ ਉਹ ਤੋਂ ਪਤਾ ਲੱਗਦਾ ਆ ਕਿ ਜਿਹੜੇ ਅਸੀਂ ਵਿਕਾਸ ਦੀਆਂ ਗੱਲਾਂ ਕਰਦੇ ਹਾਂ ਵੀ ਸਾਡੇ ਕੋਲੋਂ, ਅਸੀਂ ਭਾਵੇਂ 70 ਸਾਲ ਤੋਂ ਉੱਤੇ ਹੋ ਗਏ ਸਾਨੂੰ ਆਜ਼ਾਦੀ ਨੂੰ, ਪਰ ਅਸੀਂ ਆਪਣੀਆਂ ਗਲੀਆਂ ਨਾਲੀਆਂ ਦਾ ਅਜੇ ਤੱਕ ਕੰਮ ਨਹੀਂ ਕਰ ਪਾਏ। ਬਿਲਕੁਲ ਦਲਜੀਤ ਜੀ, ਜਿਸ ਤਰੀਕੇ ਨਾਲ ਹਰ 5 ਸਾਲਾਂ ਬਾਅਦ ਸਰਕਾਰ ਬਦਲ ਜਾਂਦੀ ਆ, ਪਿਛਲੇ 10 ਸਾਲ ਅਕਾਲੀ ਦਲ ਰਿਹਾ, ਉਸ ਤੋਂ ਬਾਅਦ ਕੈਪਟਨ ਸਾਹਿਬ ਆਏ, ਪਰ ਜਦੋਂ ਵੀ 5 ਸਾਲ ਬੀਤਦੇ ਆ ਤੇ ਦੁਬਾਰਾ ਚੋਣਾਂ ਹੁੰਦੀਆਂ ਤੇ ਸਾਡੇ ਲੀਡਰ ਜਿੱਦਾਂ ਸਪੀਕਰਾਂ 'ਚ ਉੱਚੀ ਉੱਚੀ ਹੋਕਾ ਦਿੰਦੇ ਵੀ ਅਸੀਂ ਇੰਨੇ % ਵਾਅਦੇ ਪੂਰੇ ਕਰਤੇ, ਅਸੀਂ ਆਹ ਕਰਤਾ, ਅਸੀਂ ਕੈਲੀਫੋਰਨੀਆ ਬਣਾਤਾ, ਅਸੀਂ USA ਨੂੰ ਵੀ ਅੱਗੇ ਨਿਕਲ ਗਏ। ਪਰ ਆ ਜਿਹੜਾ ਸੜਕਾਂ 'ਤੇ ਖੜਾ ਪਾਣੀ ਆ, ਇਹਨੇ ਸਾਰੀ ਜਿਹੜੀ ਉਹਨਾਂ ਦੇ ਲੀਡਰਾਂ ਦੇ ਲਾਰੇ ਆ ਉਹਦੀ ਫੂਕ ਜ਼ਰੂਰ ਕੱਢੀ ਹੈ। ਫੂਕ ਦੇਖੋ ਇਹ ਹੈ ਕਿ ਸਾਡੇ ਲੋਕ ਵੀ ਵੈਸੇ ਤਾਂ ਫਨੀ ਆ। ਸਾਡੇ ਜੇ ਅਸੀਂ ਢਾਂਚੇ ਦੀ ਗੱਲ ਕਰੀਏ, ਸਾਡੇ ਕੋਲੋਂ ਅੱਜ ਤੱਕ ਸਮੱਸਿਆਵਾਂ, ਅੱਜ ਵੀ ਸਾਡੀਆਂ ਗ੍ਰਾਂਟ ਜਿਹੜੀਆਂ ਆ, ਜਾਂ ਉਹ ਲੀਡਰਾਂ ਨੇ ਕਹਿ ਲਓ ਵੀ ਸਾਨੂੰ ਉਹਨਾਂ ਗੱਲਾਂ 'ਤੇ ਲਾ ਲਿਆ। ਅੱਜ ਵੀ ਸਾਡੀਆਂ ਸੜਕਾਂ ਜਿਹੜੀਆਂ ਬਿਲਕੁਲ ਉਸੇ ਤਰ੍ਹਾਂ ਦੀਆਂ, 5 ਸਾਲ ਉਹਨਾਂ ਦੀ ਮਿਆਦ ਹੁੰਦੀ ਆ। ਹਰ ਚੀਜ਼ ਦੀ ਆਪਾਂ ਇੱਕ ਗਰੰਟੀ ਲੈਂਦੇ ਹਾਂ। ਜਦੋਂ ਵੀ ਕੋਈ ਚੀਜ਼ ਲੈਂਦੇ ਹਾਂ ਵੀ ਪ੍ਰੈਸ ਦੀ ਗਰੰਟੀ ਆ ਜੀ, 1 ਸਾਲ ਦੇ ਵਿੱਚ ਖਰਾਬ ਹੋ ਗਈ ਤੁਹਾਨੂੰ ਇਹ ਮੋੜ ਕੇ ਦਿੱਤੀ ਜਾਊਗੀ ਜਾਂ ਕਿੱਦਾਂ ਵੀ ਆ। ਪਰ ਇਹਨਾਂ ਦੇ ਵਿੱਚ ਕੋਈ ਗਰੰਟੀ ਨਹੀਂ। 1 ਸਾਲ ਦੇ ਵਿੱਚ ਸੜਕਾਂ ਟੁੱਟ ਜਾਂਦੀਆਂ। ਜੇ ਨਾ ਟੁੱਟਣ ਤੇ ਉਹ ਟੈਲੀਫੋਨ ਵਾਲੇ ਆਉਂਦੇ ਆ, ਉਹ ਵਿੱਚ ਲਿਆ ਕੇ ਕੁਛ ਨਾ ਕੁਛ ਇੱਦਾਂ ਦਾ ਕਰ ਜਾਂਦੇ ਆ, ਜਾਂ ਬਿਜਲੀ ਬੋਰਡ ਵਾਲੇ ਆਉਂਦੇ ਆ, ਉਹ ਕੁਛ ਨਾ ਕੁਛ ਇੱਦਾਂ ਦਾ ਕਰ ਜਾਂਦੇ ਆ। ਅਤੇ ਇਸ ਕਰਕੇ ਬਹੁਤ ਸਾਰੀਆਂ ਇੱਦਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ, ਜਿਹਦੇ ਨਾਲ ਕਿ ਜਿਹੜਾ ਢਾਂਚਾ ਆ ਸਾਡਾ, ਉਹ ਬਹੁਤ ਜ਼ਿਆਦਾ ਵਿਗੜਿਆ ਹੋਇਆ ਆ। ਬਿਲਕੁਲ ਤੇ ਦਿੱਤੀ ਅੱਜ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਲੀਡਰ ਤੇ ਲੀਡਰਾਂ ਦੇ ਲਾਰਿਆਂ ਦੀ ਗੱਲ ਕਰਨੀ, ਪਰ ਉਸ ਤੋਂ ਪਹਿਲਾਂ ਗੱਲ ਮੈਂ ਥੋੜ੍ਹੀ ਜਿਹੀ ਆਫ ਟੌਪਿਕ ਤੇ ਨਹੀਂ, ਖੈਰ ਉਹ ਵੀ ਪੰਜਾਬੀਆਂ ਨਾਲ ਹੀ ਰਿਲੇਟਡ ਆ। ਪੰਜਾਬੀ ਗਾਇਕੀ ਤੇ ਬਾਬਾ ਬੋੜ, ਤੁਸੀਂ ਸਮਝ ਗਏ ਹੋਣਗੇ, ਗੁਰਦਾਸ ਮਾਨ ਸਾਹਿਬ ਹੋਣਾ ਦੀ ਗੱਲ ਕਰ ਰਹੇ ਹਾਂ। ਇੱਕ ਵਾਰੀ ਫਿਰ ਚਰਚਾ 'ਚ ਆ, ਚਰਚਾ ਕਿੱਦਾਂ ਦੀ ਇਹ ਤੁਸੀਂ ਦੱਸ ਦਿਓ। ਦੇਖੋ ਬੜੇ ਸਨਮਾਨਿਤ ਕਲਾਕਾਰ ਹੈਗੇ ਆ, ਬਹੁਤ ਜ਼ਿਆਦਾ ਰਿਸਪੈਕਟ ਵੀ ਹੈਗੀ ਲੋਕਾਂ ਦੇ ਵਿੱਚ ਹੁਣ ਤੱਕ ਰਹੀ ਆ। ਜੇ ਆ ਪਿਛਲੇ 2-3 ਸਾਲ ਆਪਾਂ ਛੱਡ ਦਈਏ, ਭਾਵੇਂ ਕਿ ਇੱਕ ਕਾਲਾ ਦੌਰ ਵੀ ਆਇਆ, ਉਹਦੇ ਵਿੱਚ ਵੀ ਬਹੁਤ ਸਾਰੇ ਗਾਇਕਾਂ ਨੂੰ ਭੰਡਿਆ ਗਿਆ, ਖਾਸ ਤੌਰ ਦੇ ਉੱਤੇ ਗੀਤਕਾਰੀ, ਅਸ਼ਲੀਲਤਾ ਦੇ ਮਾਮਲੇ ਦੇ ਉੱਤੇ, ਜਾਂ ਹੋਰ ਵੀ ਕਿਸੇ ਵੀ ਤਰੀਕੇ ਦੇ ਨਾਲ। ਉਹ ਸਾਰਾ ਕੁਛ ਜੇ ਅਸੀਂ ਹੁਣ ਤੱਕ ਦੇਖੀਏ ਤਾਂ ਬਹੁਤ ਸਾਰੀਆਂ ਸਾਨੂੰ ਇੱਦਾਂ ਦੇ ਮਿਲਦੇ ਵੀ ਨਾ ਉੱਤੇ ਕਦੀ ਕੋਈ ਦੋਸ਼ ਨਹੀਂ ਸੀ ਲੱਗਾ। ਪਰ ਹੁਣ ਦੇ ਮਾਮਲੇ ਜਿਹੜੇ ਆ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਇੱਦਾਂ ਦੇ ਆਏ ਆ ਮਸਲੇ ਕਿ ਸਾਡੀਆਂ ਜਿਹੜੀਆਂ ਪ੍ਰੋਬਲਮਸ ਆ ਬਹੁਤ ਜ਼ਿਆਦਾ ਹੋਈਆਂ ਆ। ਹੁਣ ਗੁਰਦਾਸ ਮਾਨ ਹੁਣੀ ਫਿਰ ਇੱਕ ਵਾਰੀ ਗੱਲਾਂ ਦੇ ਵਿੱਚ ਆਏ ਆ। ਪ੍ਰੋਬਲਮਸ ਇਹਨਾਂ ਲਈ ਬਹੁਤ ਜ਼ਿਆਦਾ ਵਧੀਆਂ ਆ, ਖਾਸ ਤੌਰ 'ਤੇ ਜਿੱਦਾਂ ਕਹਿੰਦੇ ਨਹੀਂ ਹੁੰਦੇ ਵੀ ਬਾਅਦ ਦੇ ਵਿੱਚ ਕੁਛ ਨਾ ਕੁਛ ਕਈ ਵਾਰੀ ਜ਼ੁਬਾਨ ਦੇ ਉੱਤੇ ਕੰਟਰੋਲ ਨਹੀਂ ਰਹਿੰਦਾ। ਜੀਭ ਦੇ ਵਿੱਚ ਕਹਿੰਦੇ ਕੋਈ ਹੱਡੀ ਨਹੀਂ ਹੁੰਦੀ, ਇਹੋ ਜਿਹੀਆਂ ਗੱਲਾਂ ਸੁਣਾਉਂਦੇ ਆ ਵੀ ਸਟੇਜ ਦੇ ਉੱਤੇ। ਮੈਂ ਵੀ ਉੱਦਾਂ ਦੀ ਗੱਲ ਕਰ ਦਿੰਦਾ ਵੀ ਜੀਭ ਦੇ ਵਿੱਚ ਕੋਈ ਹੱਡੀ ਨਹੀਂ ਹੁੰਦੀ, ਪਰ ਇਹਦੇ ਵਿੱਚ ਸਾਰੀਆਂ ਸਰੀਰ ਦੀਆਂ ਹੱਡੀਆਂ ਤੜਾਉਣ ਦੀ ਤਾਕਤ ਹੁੰਦੀ ਆ। ਵੀ ਜ਼ੁਬਾਨ ਜਿਹੜੀ ਆ ਇਹ ਤੁਹਾਨੂੰ ਕੁਛ ਵੀ ਕਿਸੇ ਵੀ ਤਰੀਕੇ ਨਾਲ ਕਰ ਸਕਦੀ ਆ। ਪਹਿਲਾਂ ਇਹਨਾਂ ਦਾ ਇੱਕ ਬਹੁਤ ਵੱਡਾ ਇੱਕ ਰਿਹਾ ਕਸ਼ਮਕਸ਼ ਰਹੀ ਆ ਜਦੋਂ ਇਹਨਾਂ ਨੇ ਬੱਤੀ ਵਾਲਾ ਸ਼ਬਦ ਇੱਕ ਯੂਜ਼ ਕਰ ਲਿਆ। ਐਡੇ ਵੱਡੇ ਕਲਾਕਾਰ ਤੋਂ ਐਡੀ ਛੋਟੀ ਗੱਲ ਉਹ ਅਸੀਂ ਉਮੀਦ ਨਹੀਂ ਕਦੀ ਰੱਖ ਸਕਦੇ ਸੀ। ਇਸ ਕਰਕੇ ਉਹ ਤੋਂ ਵੀ ਬਹੁਤ ਜ਼ਿਆਦਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਦੂਜੀ ਗੱਲ, ਭਾਵੇਂ ਕਿ ਉਹ ਕਹਿਣ ਦਾ ਇੱਕ ਕੰਸਰਨ ਸੀਗਾ, ਕੰਟੈਕਸ ਦੇ ਵਿੱਚ ਥੋੜ੍ਹੀ ਜਿਹੀ ਗਲਤੀ ਹੋ ਗਈ ਉਹਨਾਂ ਦੇ ਕੋਲੋਂ, ਜਿਹੜਾ ਕਿ ਹਿੰਦੀ ਤੇ ਪੰਜਾਬੀ ਦਾ ਮਸਲਾ ਸੀ। ਭਾਵੇਂ ਕਿ ਅੱਜ ਕੱਲ੍ਹ ਪੰਜਾਬੀ ਗਾਇਕ ਦੇ ਤੌਰ ਦੇ ਉੱਤੇ ਉਹਨਾਂ ਨੂੰ ਜਾਣਿਆ ਜਾਂਦਾ, ਪੰਜਾਬੀ ਗਾਇਕ ਦੇ ਤੌਰ ਦੇ ਉੱਤੇ ਸਾਰਾ ਕੁਛ ਚੱਲਦਾ, ਪਰ ਜਦੋਂ ਫਿਰ ਗੱਲ ਹਿੰਦੀ 'ਤੇ ਆਈ ਉਹਦਾ ਵੀ ਇੱਕ ਵੱਖਰਾ ਪ੍ਰਤੀਕਰਮ ਆ ਗਿਆ।
ਹੁਣ ਇੱਥੇ ਸਾਈਂ ਦੇ ਜਾਂਦੇ ਆ, ਸਾਰਿਆਂ ਨੂੰ ਪਤਾ ਹੀ ਆ ਉੱਥੇ ਨਕੋਦਰ ਦੇ ਵਿੱਚ, ਤੇ ਉਹਨੂੰ ਇੱਕ ਉਸ ਜਗ੍ਹਾ ਨੂੰ ਜਾਣੀ ਜੇ ਵਿਸ਼ਵ ਪੱਧਰੀ ਉਹਨੂੰ ਬਣਾਉਣ ਦਾ ਉਹਦੇ ਵਿੱਚ ਯੋਗਦਾਨ ਆ, ਉਹ ਗੁਰਦਾਸ ਮਾਨ ਉਹਨਾਂ ਦੇ ਵਿੱਚ ਆ। ਉਹਨਾਂ ਨੂੰ ਜੋੜਿਆ ਗਿਆ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ। ਇਹਦੇ ਵਿੱਚ ਵੀ ਕੀ ਆ ਕਿ ਹੁਣ ਇਹ ਆਪਾਂ ਦੇਖੋ ਇਹਦੇ ਬਹੁਤਾ ਗਿਆਤਾ ਨਹੀਂ ਹੈਗੇ, ਗੁਰਬਾਣੀ ਦੀ ਗੱਲ ਬੜੀ ਸਤਿਕਾਰਯੋਗ ਆ। ਉਹਦੇ ਵਿੱਚ ਆਉਂਦਾ ਵੀ ਭਲੇ ਅਮਰਦਾਸ, ਉਦੋਂ ਜਦੋਂ ਭਲੇ ਤੇ ਉਹਦੇ ਵਿੱਚ ਉਹ ਭੱਲੇ ਕਈ ਕਹਿ ਦਿੰਦੇ ਆ ਵੀ ਸ਼ਾਇਦ ਇੱਥੇ ਭੱਲੇ ਦੀ ਗੱਲ ਹੋਈ ਆ, ਭੱਲੇ ਅਮਰਦਾਸ। ਗੁਰਬਾਣੀ ਵਿੱਚ ਭੱਲੇ ਅਮਰਦਾਸ ਆ, ਉੱਪਰ ਵੈਸੇ ਅੱਧਕ ਹੈ ਨਹੀਂ। ਹੁਣ ਉਹਦੇ ਵਿੱਚ ਕੀ ਉਹਦਾ ਨਿਕਲਦਾ ਆ ਕੰਟੈਕਸਟ ਦੇ ਵਿੱਚ, ਉਹ ਆਪਣੇ ਹਿਸਾਬ ਦੇ ਨਾਲ ਸਾਰਿਆਂ ਨੇ ਬਣਾ ਲਿਆ। ਜਿੱਥੋਂ ਗੁਰੂ ਮਹਾਰਾਜ ਨੇ ਸਾਨੂੰ ਕੱਢਿਆ ਸੀ ਕਿ ਅਸੀਂ ਜਿਹੜੇ ਜਾਤਾਂ ਪਾਤਾਂ ਦੇ ਵਿੱਚ ਨਹੀਂ ਆਉਂਦੇ। ਗੁਰੂ ਨਾਨਕ ਦੇਵ ਜੀ ਦੀ ਆਪਾਂ ਗੱਲ ਕਰ ਲਈਏ ਵੀ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਨਹੀਂ ਗੱਦੀ ਬਖਸ਼ੀ। ਉਹਨਾਂ ਨੇ ਜਿਹੜੀ ਗੱਦੀ ਆ ਉਹ ਆਪਣੇ ਜਿਹੜੇ ਵੀ ਸਤਿਕਾਰਯੋਗ ਜਿਨ੍ਹਾਂ ਦੇ ਵਿੱਚ ਗੁਣਾਂ ਦੇ ਆਧਾਰ ਦੇ ਉੱਤੇ ਗੱਦੀ ਜਿਹੜੀ ਆ ਅੱਗੇ ਦਿੱਤੀ ਆ। ਇਸ ਕਰਕੇ ਹੁਣ ਦਾ ਵੀ ਜਿਹੜਾ ਇਹਨੂੰ ਇੱਕ ਜੋੜ ਦਿੱਤਾ ਗਿਆ ਵੰਸ਼ਾਵਲੀ ਦੇ ਨਾਲ, ਉਹਨੂੰ ਇੱਕ ਦੇ ਦਿੱਤਾ ਗਿਆ ਵੀ ਉੱਥੋਂ ਜਿਹੜਾ ਸ਼ੁਰੂ ਹੋਇਆ ਉਹਦਾ ਕਾਫੀ ਨੋਟਿਸ ਲਿਆ, ਖਾਸ ਤੌਰ ਤੇ ਸਿੱਖ ਜਥੇਬੰਦੀਆਂ ਨੇ। ਹੁਣ ਸਤਿਕਾਰ ਕਮੇਟੀ ਵਾਲੇ ਜਿਹੜੇ ਆ ਉਹ ਆਏ ਆ ਅੱਗੇ, ਉਹਨਾਂ ਨੇ ਐਸਐਸਪੀ ਦਫ਼ਤਰ ਜਿਹੜੀ ਕੰਪਲੇਂਟ ਵੀ ਇਹਨਾਂ ਦੀ ਕੀਤੀ ਆ, ਘਰਾਓ ਕਰਨ ਦਾ ਵੀ ਕੀਤਾ ਯਤਨ ਕਿ ਨਕੋਦਰ ਦੇ ਵਿੱਚ ਜਿਹੜਾ ਘਰਾਓ ਆ ਉਹ ਅਸੀਂ ਕਰਾਂਗੇ। ਤੇ ਕਾਫੀ ਪ੍ਰਤੀਕਰਮ ਜਿਹੜੇ ਆ ਬਹੁਤ ਆ ਰਹੇ ਆ, ਲੋਕਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਆ, ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਕਹਿ ਲਓ ਕਿ ਇੱਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਆ। ਪਰ ਦਲਜੀਤ ਜੀ ਗੱਲ ਇਹ ਹੈ ਕਿ ਜੇ ਗੁਰਦਾਸ ਮਾਨ ਸਾਹਿਬ ਹੁਣਾਂ ਦੀ ਗੱਲ ਕਰੀਏ ਤੇ ਪਿਛਲੇ ਮੇਰੇ ਖਿਆਲ ਆਪਾਂ ਬੱਚੇ ਹੋਵਾਂਗੇ ਨਿੱਕੇ ਨਿੱਕੇ ਜਦੋਂ ਦੇ ਗਾਉਂਦੇ ਆਏ ਆ ਜਾਂ ਪੰਜਾਬੀ ਫਿਲਮਾਂ 'ਚ ਵੀ ਕੰਮ ਕਰਦੇ ਆਏ ਆ, ਪੰਜਾਬੀ ਗਾਇਕੀ ਦਾ ਬਾਬਾ ਬੋੜ ਇਹ ਬਹੁਤ ਵੱਡੀ ਪਦਵੀ ਹੈ ਜਿਹੜੀ ਉਹਨਾਂ ਨੂੰ ਮਿਲੀ ਸੀ, ਜਿਹੜੀ ਉਹਨਾਂ ਨੂੰ ਜਿਨ੍ਹਾਂ ਨੂੰ ਸਨਮਾਨ ਦਿੱਤਾ ਜਾਂਦਾ ਕਿ ਇਹਨਾਂ ਨੇ ਗਾਇਕੀ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ, ਗਾਇਕੀ ਦੇ ਵਿੱਚ ਬੜੀ ਉੱਚ ਪੱਧਰੀ ਗਾਇਕੀ ਇਹਨਾਂ ਨੇ ਕੀਤੀ ਆ। ਪਰ ਉਹਨਾਂ ਵੱਲੋਂ ਇਦਾਂ ਦੇ ਵਿਵਾਦਾਂ ਦੇ ਵਿੱਚ ਫਸਣਾ, ਖਾਸ ਕਰਕੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਕਿੰਨੀ ਛੋਟੇ ਮਿਆਰ ਦੀ ਗੱਲ ਜਦੋਂ ਪਿਛਲੀ ਵਾਰ 32 ਵਾਲੀ ਕੀਤੀ ਗਈ, ਤੇ ਇਸ ਵਾਰ ਜਿਹੜੇ ਗੁਰੂ ਸਿੱਖਾਂ ਦੇ ਗੁਰੂ ਨੂੰ ਉਹਨਾਂ ਨਾਲ ਜੋੜਿਆ ਗਿਆ ਸਾਈਂ ਨਾਲ, ਉਹ ਬੜੀ ਇੱਕ ਬਚਕਾਨਾ ਜੀ ਗੱਲ ਲੱਗਦੀ ਹੈ ਕਿ ਉਹਨਾਂ ਵੱਲੋਂ ਬੋਲਣ ਤੋਂ ਪਹਿਲਾਂ ਤੋਲਿਆ ਨਹੀਂ ਜਾਂਦਾ। ਉਹ ਬੜੀ ਹੈਰਾਨੀ ਲੱਗਦੀ ਜਦੋਂ ਇਹ ਚੀਜ਼ਾਂ ਗੁਰਦਾਸ ਮਾਨ ਸਾਹਿਬ ਨਾਲ ਜੁੜਦੀਆਂ। ਦੇਖੋ ਫਿਰ ਇਹੀ ਹੁੰਦਾ ਕਿ ਜਿਹੜੇ ਖਾਸ ਤੌਰ ਦੇ ਉੱਤੇ ਜਿਨ੍ਹਾਂ ਨੂੰ ਲੋਕ ਜਿਨ੍ਹਾਂ ਦੀ ਫੋਲੋ ਕਰਦੇ ਆ ਲੋਕ, ਉਹਨਾਂ ਨੂੰ ਬਹੁਤ ਸੰਭਲ ਕੇ ਬੋਲਣਾ ਚਾਹੀਦਾ। ਪਰ ਸਾਡੇ ਇਹ ਘਾਟ ਆ, ਸਾਡੇ ਨਾ ਤਾਂ ਲੀਡਰ ਸੋਚ ਕੇ ਬੋਲਦੇ ਆ ਤੇ ਨਾ ਹੀ ਸਾਡੇ ਜਿਹੜੇ ਕਲਾਕਾਰ ਆ ਇਹ ਸੋਚ ਕੇ ਬੋਲਦੇ ਆ। ਇਹਨਾਂ ਨੂੰ ਜੇ ਹੁਣ ਆਪਾਂ ਗੱਲ ਦੂਜੇ ਪਾਸਿਓਂ ਕਰੀਏ ਵੀ ਇਹਨਾਂ ਦਾ ਇੱਕ ਕਹਿ ਲਓ ਕਿ ਇੱਕ ਕੰਮਕਾਰ ਆ, ਇਹਨਾਂ ਦਾ ਇੱਕ ਬਿਜ਼ਨਸ ਆ, ਇਹ ਪੈਸੇ ਲੈਂਦੇ ਆ ਤੇ ਗਾਉਂਦੇ ਆ। ਪਰ ਜਦੋਂ ਪ੍ਰਚਾਰਿਆ ਜਾਂਦਾ ਉਦੋਂ ਇਹ ਕਿਹਾ ਜਾਂਦਾ ਕਿ ਅਸੀਂ ਤਾਂ ਸੇਵਾ ਕਰਦੇ ਹਾਂ। ਸੇਵਾ ਉਹ ਹੁੰਦਾ ਜਿਹੜਾ ਮੁਫਤ ਦੇ ਵਿੱਚ ਹੋਵੇ, ਜਿਹੜੀ ਮੁਫਤ ਦੇ ਵਿੱਚ ਬਿਨਾਂ ਕਿਸੇ ਸਵਾਰਥ ਤੋਂ ਕੀਤੀ ਜਾਵੇ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵੀ ਗਾਇਕ ਹੈ, ਚਾਹੇ ਕੋਈ ਧਾਰਮਿਕ ਡੇਰੇ ਦੇ ਉੱਤੇ ਜਾਵੇ, ਚਾਹੇ ਕੋਈ ਕਿਸੇ ਵੀ ਰੱਖ ਲਓ ਤੁਸੀਂ ਗੱਲ, ਵੀ ਕੋਈ ਮੁਫਤ ਦੇ ਵਿੱਚ ਲਾਉਂਦਾ। ਇਸ ਕਰਕੇ ਪਰ ਕਹਿਣਗੇ ਕਿੱਦਾਂ ਕਿ ਸੇਵਾ ਕਰਦੇ ਆ। ਇੱਦਾਂ ਪੋਲੀਟੀਕਲ ਲੀਡਰ ਆ ਇਹ ਵੀ ਜਿਹੜੀਆਂ ਬਹੁਤ ਮੋਟੀਆਂ ਮੋਟੀਆਂ ਤਨਖਾਹਾਂ ਲੈਂਦੇ ਆ, ਬਿਨਾਂ ਹਰ ਵਾਰੀ ਜਿੱਤਣ ਤੇ ਇੱਕ ਪੈਨਸ਼ਨ ਲੱਗ ਜਾਂਦੀ ਆ ਉਹ, ਪਰ ਫੇਰ ਵੀ ਉਹ ਵੀ ਕਹਿਣਗੇ ਅਸੀਂ ਤਾਂ ਜਿਹੜਾ ਰਾਜ ਨਹੀਂ ਕਰਦੇ, ਸੇਵਾ ਕਰਦੇ। ਪਰ ਜਦੋਂ ਇਹਨਾਂ ਨੂੰ ਲੱਖਾਂ ਲੋਕ ਸੁਣਦੇ ਆ ਤਾਂ ਮੇਰੇ ਖਿਆਲ ਗੱਲ ਉਦਾਂ ਦੀ ਕਰਨੀ ਚਾਹੀਦੀ ਜਿਹੜੀ ਇੱਕ ਚੰਗਾ ਮੈਸੇਜ ਦਵੇ। ਹੁਣ ਗੁਰਦਾਸ ਮਾਨ ਸਾਹਿਬ ਜੇ ਪਿਛਲੇ 1 ਸਾਲ ਤੋਂ ਲਗਭਗ ਜਿਹੜੀ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ, ਪਰ ਮੈਨੂੰ ਨਹੀਂ ਯਾਦ ਕੋਈ ਇਹਨਾਂ ਨੇ ਇਦਾਂ ਦਾ ਬਿਆਨ ਦਿੱਤਾ। ਬੇਸ਼ੱਕ ਉਹਨਾਂ ਦੀ ਕਿਸਾਨ ਸੰਘਰਸ਼ ਦੇ ਉੱਤੇ ਪਹੁੰਚੇ ਜ਼ਰੂਰ ਸੀ ਦਿੱਲੀ 'ਚ ਇੱਕ ਵਾਰ, ਪਰ ਉਸ ਤੋਂ ਬਾਅਦ ਲਗਾਤਾਰ ਉਹ ਚੁੱਪ ਆ ਰਹੇ। ਪਰ ਉਹਦੇ ਤੇ ਕੋਈ ਇਦਾਂ ਦਾ ਬਿਆਨ ਨਹੀਂ ਦਿੱਤਾ ਜਿਹੜਾ ਲੋਕਾਂ 'ਚ ਚੰਗੀ ਪੋਜ਼ਿਟਿਵਿਟੀ ਕ੍ਰੀਏਟ ਕਰੇ ਕਿ ਹਾਂ ਜੇ ਉਹਨੂੰ ਲੱਖਾਂ ਬੰਦੇ ਸੁਣਦੇ ਤੇ ਕੋਈ ਚੰਗੀ ਗੱਲ ਕੀਤੀ ਜਾਵੇ। ਨਹੀਂ ਵੈਸੇ ਤਾਂ ਇਹ ਪਹੁੰਚੇ ਸੀ ਉੱਥੇ ਅੰਦੋਲਨ ਦੇ ਵਿੱਚ ਹੀ ਪਹੁੰਚੇ ਸੀ, ਬਿਲਕੁਲ ਪਹੁੰਚ ਕੀਤੀ ਸੀ, ਪਰ ਕਾਫੀ ਸਮੇਂ ਤੋਂ ਹੁਣ ਪਿੱਛੇ ਚੁੱਪ ਚੁੱਪ ਦੇ ਵਿੱਚ ਇਦਾਂ ਕਿ ਉਹਦੇ ਵਿੱਚ ਮੈਨੂੰ ਲੱਗਦਾ ਕਿ ਉਹਦੇ ਮਾਮਲੇ ਦੇ ਵਿੱਚ ਸ਼ਾਇਦ ਆਪਾਂ ਬੋਲਣਾ ਹੀ ਨਹੀਂ ਦਿੱਤਾ ਉੱਥੇ। ਜੇ ਹੋ ਸਕਦਾ ਜੇ ਸਟੇਜ ਦੇ ਉੱਤੇ ਜਾਂਦੇ ਬੋਲਦੇ, ਠੀਕ ਆ, ਤੇ ਇਹ ਨਹੀਂ ਆਪਾਂ ਕਹਿ ਸਕਦੇ ਵੀ ਉੱਥੇ ਆਏ ਜ਼ਰੂਰ। ਪਰ ਦਲਜੀਤ ਜੀ ਮੇਰੇ ਖਿਆਲ ਜਿੱਦਾਂ ਦੀ ਉਹ ਸ਼ਖਸੀਅਤ ਹੈ ਗੁਰਦਾਸ ਮਾਨ ਸਾਹਿਬ, ਉਹਨਾਂ ਨੂੰ ਇੱਕ ਸਟੇਜ ਦੀ ਲੋੜ ਨਹੀਂ ਆ। ਜੇ ਕੋਈ ਗੱਲ ਆਪਣੀ ਕਰਨੀ ਹੋਵੇ ਤਾਂ ਉਹਨਾਂ ਕੋਲ ਲੱਖਾਂ ਲੋਕਾਂ ਤੱਕ ਪਹੁੰਚਣ ਲਈ ਆਪਣੀ ਆਵਾਜ਼ ਜਾਂ ਇੱਕ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਹੈਗਾ, ਹੁਣ ਮਾਫੀ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਆ ਕੇ ਮੰਗੀ ਆ। ਮੈਨੂੰ ਲੱਗਦਾ ਕਿ ਉਹਨਾਂ ਨੂੰ ਸਟੇਜ ਦੀ ਲੋੜ ਆ। ਬਿਲਕੁਲ ਇਹ ਤੁਹਾਡੀ ਗੱਲ ਸਹੀ ਆ, ਪਰ ਉਹ ਆਪਣੇ ਆਪ ਨੇ ਮੈਂ ਇਹ ਜ਼ਰੂਰ ਕਹਿ ਦੇਵਾਂ ਕਿ ਦੇਖੋ ਹਰ ਇੱਕ ਦਾ ਆਪਣਾ ਆਪਣਾ ਹੈਗਾ ਜੀ। ਇਹਨਾਂ ਦਾ ਜਿਹੜਾ ਕੰਮ ਕਾਰ ਆ ਇਹ ਤਾਂ ਜਦੋਂ ਕੰਮ ਦੇ ਹਿਸਾਬ ਦੇ ਨਾਲ ਚੱਲਦੇ ਆ ਉਸ ਵੇਲੇ ਅਸੀਂ ਵੀ ਲੋਕ ਇਦਾਂ ਆ ਕਿ ਅਸੀਂ ਉਮੀਦਾਂ ਬਹੁਤ ਰੱਖ ਲੈਂਦੇ ਆ। ਇਹ ਸਾਡੇ ਕੋਈ ਆਈਡੀਅਲ ਨਹੀਂ ਹੁੰਦੇ, ਮਨੋਰੰਜਕ ਕਰਨ ਦਾ ਇੱਕ ਸਾਧਨ ਹੁੰਦੇ ਆ। ਪਰ ਅਸੀਂ ਜਦੋਂ ਗੱਲ ਕਰਦੇ ਆ ਹੁਣ ਅਸੀਂ ਉਸਤਾਦ ਬਣਾ ਲੈਂਦੇ ਆ, ਕਿੱਡੇ ਵੱਡੇ ਹੁਣ ਜਿਹੜੇ ਯੋਕੇ ਗਾਇਕ ਵੀ ਆਏ ਆ ਉਹਨਾਂ ਦੇ ਨਾਲ ਵੀ ਅਸੀਂ ਇੱਕ ਬਣਾ ਲੈਂਦੇ ਆ ਕਿ ਅਸੀਂ ਉਹਨਾਂ ਉੱਤੇ ਮਾਣ ਬਹੁਤ ਕਰ ਦਿੰਦੇ ਆ। ਫਿਰ ਉਹ ਕੋਈ ਨਾ ਕੋਈ ਇਦਾਂ ਦੀ ਗੱਲ ਕਰ ਦਿੰਦੇ ਕਿਉਂਕਿ ਹੁੰਦੇ ਤਾਂ ਆਮ ਇਨਸਾਨ ਹੀ ਆ, ਪਰ ਅਸੀਂ ਉਹਨਾਂ ਦੇ ਉੱਤੇ ਭਰੋਸਾ ਬਹੁਤ ਵੱਡਾ ਕਰ ਲੈਂਦੇ ਆ। ਅਸੀਂ ਉਹਨਾਂ ਦੇ ਉੱਤੇ ਸਮਾਜ ਦੀ ਸਾਰੀ ਜ਼ਿੰਮੇਵਾਰੀ ਸੱਟ ਦਿੰਦੇ ਆ, ਜਦ ਕਿ ਉਹਨਾਂ ਦਾ ਉਹ ਉਸ ਲੈਵਲ ਉਹਦਾ ਲੈਵਲ ਨਹੀਂ ਹੁੰਦਾ। ਉਹ ਤਾਂ ਇੱਕ ਖਾਸ ਚੀਜ਼ ਦੇ ਉੱਤੇ ਮਹਾਰਤ
ਭਾਰਤ ਰੱਖਦੇ ਹੁੰਦੇ ਆ, ਜੀ। ਪਰ ਅਸੀਂ ਐਕਸਪੈਕਟੇਸ਼ਨ ਇਹ ਰੱਖਦੇ ਹੁੰਦੇ ਆ ਕਿ ਸਾਰੀਆਂ ਚੀਜ਼ਾਂ ਦੇ ਉੱਤੇ ਹੀ ਜਿਹੜਾ ਆ ਪ੍ਰਤੀਕਰਮ ਦੇਣ, ਜੀ ਉੱਥੇ ਹੀ ਅਸੀਂ ਫਿਰ ਮਾਰ ਖਾ ਲੈਂਦੇ ਆ। ਇਸ ਕਰਕੇ ਸਾਨੂੰ ਜਿਹੜਾ ਆ ਜੇ ਮਨੋਰੰਜਨ ਕੋਈ ਕਰਦਾ ਉਹਨੂੰ ਮਨੋਰੰਜਨ ਤੱਕ ਹੀ ਰਹਿਣ ਦੇਣਾ ਚਾਹੀਦਾ। ਜਿਹੜਾ ਕੋਈ ਬੰਦਾ ਆ ਕੋਈ ਸਪੋਰਟਸ ਵਾਲਾ ਉਹਨੂੰ ਸਪੋਰਟਸ ਤੱਕ ਹੀ ਰਹਿਣਾ ਦੇਣਾ ਚਾਹੀਦਾ, ਉਹਦਾ ਫੀਲਡ ਹੈ ਇੱਕ। ਜੀ ਬਿਲਕੁਲ। ਇਹ ਦਲਜੀਤ ਜੀ ਵਿਸ਼ਾ ਬਹੁਤ ਵੱਡਾ ਕਿ ਕਿਤੇ ਨਾ ਕਿਤੇ ਸਾਨੂੰ ਜਿਹੜੀ ਲਿਮਿਟ ਪਛਾਣਨੀ ਪਊਗੀ। ਅਸੀਂ ਜਿਸ ਤਰੀਕੇ ਨਾਲ ਗਾਇਕਾਂ ਨੂੰ ਇੱਕ ਉਸਤਾਦ ਮੰਨਣ ਲੱਗ ਪੈਂਦੇ ਜਾਂ ਆਪਣੇ ਆਈਡਲ ਮੰਨਣ ਲੱਗ ਪੈਂਦੇ, ਸਾਨੂੰ ਕਿਤੇ ਨਾ ਕਿਤੇ ਆਪਣਾ ਆਪ ਵਿਚਾਰਨਾ ਪਊਗਾ। ਪਰ ਇਹਦੇ ਨਾਲ ਅੱਗੇ ਵਧਣ ਤੋਂ ਪਹਿਲਾਂ ਮੈਂ ਦੂਜੀਆਂ ਜਿਹੜੀ ਪੋਲੀਟਿਕਸ ਆ, ਪੰਜਾਬ ਦੀ ਰਾਜਨੀਤੀ ਜੋ ਇਸ ਵੇਲੇ ਪੂਰੀ ਗਰਮਾਈ ਹੋਈ, ਉਹਦੇ ਵੱਲ ਵਾਪਸ ਆਉਣਾ ਚਾਹੂੰਗਾ। ਸ਼ੁਰੂਆਤ ਮੈਂ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੇ 100 ਦਿਨਾਂ ਪ੍ਰੋਗਰਾਮ ਲੈ ਕੇ ਅੱਜਕੱਲ੍ਹ ਕਹਿੰਦੇ ਬਿਸਤਰਾ ਵੀ ਕਾਰ 'ਚ ਹੀ ਰੱਖਿਆ ਆ। ਰੋਜ਼ ਨਵੀਆਂ ਕਦੇ ਮਠਾਈ ਦੀ ਦੁਕਾਨ ਤੋਂ ਸੈਲਫੀ, ਕਦੀ ਜੁੱਤੀ ਖਰੀਦਦਿਆਂ ਦੀ ਸੈਲਫੀ, ਕਦੀ ਲੋਕਾਂ ਨੂੰ ਮਿਲਦਿਆਂ ਦੀ, ਰੈਲੀ ਤੇ ਰੈਲੀ ਕਰ ਰਹੇ ਆ, ਡੰਡਿਓ ਡੰਡੀ ਪੈ ਗਏ। ਤੁਹਾਨੂੰ ਲੱਗਦਾ ਕਿ ਜਿਹੜੀ ਰੇਸ 'ਚ ਪਿਛਲੀ ਵਾਰ ਉਹ ਫਾਡੀ ਰਹਿ ਗਏ ਸੀ, ਯਾਰ ਕਿ ਇਹ ਮੈਰਾਥਨ ਜਿੱਤਣਗੇ? ਦੇਖੋ ਫਾਡੀ ਦੇ ਵਿੱਚ ਇੱਦਾਂ ਕਿ ਪੰਜਾਬ ਦੇ ਲੋਕ ਹੁਣ ਉਹ ਪਿਛਲੀਆਂ ਗੱਲਾਂ ਭੁੱਲ ਗਏ ਆ ਜੀ। ਇਹੀ ਅਕਾਲੀ ਸੀ 2017 ਦੇ ਵਿੱਚ, ਇਹਨਾਂ ਨੂੰ ਨਿਕਲਣਾ ਬਾਹਰ ਮੁਸ਼ਕਲ ਹੋਇਆ ਸੀ। ਬਿਲਕੁਲ ਡਰਦੇ ਸੀ ਕਿ ਕਿਤੇ ਅਸੀਂ ਬਾਹਰ ਨਿਕਲੇ ਤੇ ਲੋਕਾਂ ਦਾ ਪ੍ਰਤੀਕਰਮ ਬਹੁਤ ਹਾਰਡ ਆ ਸਕਦਾ। ਈਵਨ ਕਿ ਕਈ ਵਾਰੀ ਇਹਨਾਂ ਨੂੰ ਜਾਨ ਬਚਾ ਕੇ ਵੀ ਦੌੜਨਾ ਪਿਆ ਆ। ਬਹੁਤ ਵਾਰੀ ਇਦਾਂ ਹੋਇਆ ਕਿ ਲੋਕਾਂ ਨੇ ਇੰਨੇ ਜ਼ਿਆਦਾ ਇਹਨਾਂ ਤੋਂ ਅਗਰੈਸਿਵ ਹੋਏ ਸੀ। ਪਰ ਇਸ ਵੱਲ ਜਿਹੜੀ ਸਥਿਤੀ ਆ 5 ਸਾਲਾਂ ਦੇ ਵਿੱਚ ਬਦਲ ਗਈ। ਲੋਕਾਂ ਨੂੰ ਬਿਲਕੁਲ ਭੁੱਲ ਗਿਆ ਕਿ ਬਹਿਬਲ ਗੋਲੀ ਕਾਂਡ ਵੀ ਭੁੱਲ ਗਿਆ, ਕੋਟਕਪੂਰਾ ਵੀ ਕਾਂਡ ਭੁੱਲ ਗਿਆ। ਫਿਰ ਜਿਹੜੀ ਬੇਅਦਬੀ ਹੋਈ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ, ਉਹ ਵੀ ਜਿਹੜਾ ਬਿਲਕੁਲ ਮੁੱਦਾ ਜਿਹੜਾ ਸ਼ਾਂਤ ਪਿਆ, ਕੋਈ ਗੱਲ ਹੀ ਨਹੀਂ ਹੁਣ ਕਰ ਰਿਹਾ। ਪੋਲੀਟੀਕਲ ਇਸ਼ੂਸ ਜਿਹੜੇ ਆ, ਫਿਰ ਮਾਫੀਆ ਦੀ ਗੱਲ ਹੋਈ ਸੀ, ਕਿੰਨਾ ਹੋਇਆ ਸੀ ਕਿ ਜੀ ਇਹਨਾਂ ਨੇ ਕੇਬਲ ਦੇ ਉੱਤੇ ਕਬਜ਼ਾ ਕੀਤਾ ਹੋਇਆ, ਬਹੁਤ ਸਾਰੇ ਲੋਕਾਂ ਨੇ ਆਤਮ ਹੱਤਿਆ ਕਰ ਲਈ ਸੀ ਇਸੇ ਮੁੱਦੇ ਦੇ ਉੱਤੇ। ਫਿਰ ਰੇਤ ਮੁੱਦਾ, ਖੱਡਾਂ ਦਾ ਮੁੱਦਾ ਕਿੱਡਾ ਵੱਡਾ ਸੀ ਕਿ ਇਹਨਾਂ ਨੇ ਜਿਹੜਾ ਰੇਤ ਦੀਆਂ ਕਿੱਦਾਂ ਨਜਾਇਜ਼ ਮਾਈਨਿੰਗ ਦੀਆਂ ਕਿੱਡਾ ਵੱਡਾ ਉਸ ਵੇਲੇ ਮੁੱਦਾ ਸੀ। ਕਰਪਸ਼ਨ ਦਾ ਕਿੱਡਾ ਵੱਡਾ ਇਹਨਾਂ ਦੇ ਉੱਤੇ ਦਾਗ ਲੱਗਾ ਹੋਇਆ ਸੀ। ਸਰਕਾਰੀ ਪ੍ਰਾਪਰਟੀਆਂ ਵੇਚਣ ਦੇ ਕਿੱਡੇ ਵੱਡੇ ਜਿਹੜੇ ਦਾਗ ਆ ਉਹ ਲੱਗੇ ਹੋਏ ਸੀ। ਲੋਕਾਂ ਦੇ ਵਿੱਚ ਵਿਚਰਨਾ ਬਹੁਤ ਔਖਾ ਸੀ। ਪਰ 5 ਸਾਲਾਂ ਦੇ ਵਿੱਚ ਭਾਵੇਂ ਕਿ ਇਹਨਾਂ ਨੇ ਸਪੋਰਟ ਵੀ ਕੀਤੀ ਸੀ ਕਿਸਾਨ, ਜਿਹੜੇ 3 ਕਾਨੂੰਨ ਆ ਕਿਸਾਨੀ ਨਾਲ ਸੰਬੰਧਿਤ, ਪਹਿਲਾਂ ਸਪੋਰਟ ਵੀ ਕੀਤੀ, ਲੋਕੀ ਉਹ ਵੀ ਭੁੱਲ ਗਏ ਕਿ ਅਸਲ ਦੇ ਵਿੱਚ ਹੁਣ ਇਹ ਜਾਂਦੇ ਪਏ ਆ। ਪਰ ਕੁਝ ਲੋਕ, ਜੇ ਤੁਸੀਂ ਥੱਲੇ ਕਮੈਂਟ ਦੇਖੋ, ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ, ਭਾਵੇਂ ਕਿ ਪੰਜਾਬ ਦੇ ਵਿੱਚ ਉਹ ਸਥਿਤੀ ਨਹੀਂ ਜਿਹੋ ਜਿਹੀ ਆਪਾਂ ਨੂੰ ਸੋਸ਼ਲ ਮੀਡੀਆ ਦੇ ਵਿੱਚ ਮਿਲ ਰਹੀ ਆ। ਸੋਸ਼ਲ ਮੀਡੀਆ ਦੇ ਵਿੱਚ ਅਜੇ ਵੀ ਇਹਨਾਂ ਦੇ ਉੱਤੇ ਪ੍ਰਤੀਕਰਮ ਬੜੇ ਭੈੜੇ ਆ ਰਹੇ ਆ। ਪਰ ਜੇ ਅਸੀਂ ਸਥਿਤੀ ਉੱਥੇ ਦੀ ਦੇਖੀਏ ਵੀ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਭੀੜ ਉਮੜ ਰਹੀ ਆ, ਉਹਦਾ ਮਤਲਬ ਇੱਕ ਇਹ ਹੈਗਾ ਕਿ ਮੈਦਾਨ ਦੇ ਵਿੱਚ ਐਤਕੀ ਸਖਤ ਟੱਕਰ ਦੇਣ ਜਾ ਰਹੇ ਆ। ਨਾਲ ਮੈਂ ਕਮੈਂਟ ਵੀ ਦੇਖਦਾ ਸੀ, ਉਹ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਜੁੱਤੀਆਂ ਵਾਲੀ ਦੁਕਾਨ ਤੇ ਜਾਂਦੇ ਆ, ਮਠਿਆਈਆਂ ਦੀ ਦੁਕਾਨ ਤੇ ਜਾਂਦੇ ਆ, ਮੋਟਰਾਂ ਦੇ ਉੱਤੇ ਚਾਹਾਂ ਵੀ ਪੀਂਦੇ ਆ। ਉਹਦੇ ਵਿੱਚ ਕਈ ਇੱਕ ਬੰਦੇ ਨੇ ਇਹ ਵੀ ਕੀਤਾ ਸੀ ਕਿ ਕਹਿੰਦੇ ਜੀ ਐਤਕੀ ਦਾ ਬਿਜ਼ਨਸ ਇਹ ਦੇਖਦੇ ਪਏ ਆ ਵੀ ਕਿਹੜੇ ਦੇ ਉੱਤੇ ਕਬਜ਼ਾ ਕਰਨਾ, ਕਿਹੜੇ ਬੰਦਾ ਜਿਹੜਾ ਮਠਿਆਈਆਂ ਦੁਕਾਨਾਂ ਤੋਂ ਕਿੰਨਾ ਕੁ ਪੈਸਾ ਕਮਾ ਰਿਹਾ, ਜੁੱਤੀਆਂ ਤੋਂ ਕਿੰਨਾ ਕੁ ਪੈਸਾ ਕਮਾ ਰਿਹਾ। ਫਿਰ ਬਾਅਦ ਦੇ ਵਿੱਚ ਇਹਨਾਂ ਤੋਂ ਇੱਕ ਤਰ੍ਹਾਂ ਫਰੌਤੀ ਕਹਿ ਸਕਦੇ ਆਪਾਂ ਕਿ ਕੋਈ ਨਾ ਕੋਈ ਇਦਾਂ ਦਾ ਹੀ ਆ, ਕਹਿ ਹੀ ਦੇਣਾ ਕਿ ਇੱਥੋਂ ਅਸੀਂ ਰਾਹ ਕੱਢਣਾ ਹੈ, ਤੇਰੀ ਦੁਕਾਨ ਅਸੀਂ ਉੱਪਰ ਦੀ ਬਾਈਪਾਸ ਦੇ ਥੱਲੇ ਕਰ ਦੇਣੀ ਆ, ਅਗਲੇ ਦਾ ਬਿਜ਼ਨਸ ਚੌਪਟ ਆ। ਇਦਾਂ ਦੇ ਜਿਹੜੇ ਥੱਲੇ ਕਮੈਂਟ ਵੀ ਜਿਹੜੇ ਆ ਰਹੇ ਆ। ਪਰ ਇਹ ਜ਼ਰੂਰ ਮੰਨਣ ਵਾਲੀ ਗੱਲ ਹੈਗੀ ਆ ਕਿ ਫਿਰ ਇੱਕ ਵਾਰੀ ਇਹ ਮੈਦਾਨ ਦੇ ਵਿੱਚ ਅਕਾਲੀ ਦਲ ਆ ਚੁੱਕਾ। ਦੂਜੇ ਪਾਸੇ ਇਹ ਹੈ ਕਿ ਕਾਂਗਰਸ ਦੇ ਪ੍ਰਸ਼ਾਂਤ ਕਿਸ਼ੋਰ ਹੋਣਾ, ਤੁਸੀਂ ਗੱਲ ਸੁਣੀ ਹੋਣੀ ਆ ਕਿ ਕਦੀ ਕਾਫੀ ਵਿਦ ਕੈਪਟਨ ਅਮਰਿੰਦਰ ਸਿੰਘ, ਇਦਾਂ ਦੇ ਪ੍ਰੋਗਰਾਮ ਜਿਹੜੇ ਉਹ ਚਲਾਉਂਦੇ ਰਹੇ ਆ। ਹੁਣ ਜਿਹੜਾ ਆ ਬਿਲਕੁਲ ਉਹਨਾਂ ਚੀਜ਼ਾਂ ਤੋਂ ਇਹਨਾਂ ਨੇ ਸਿੱਖਿਆ ਵੀ ਜ਼ਰੂਰ ਹੈਗਾ ਕਿ ਲੋਕਾਂ ਦੇ ਨਾਲ ਕਿੱਦਾਂ ਵਿਚਰਨਾ ਆ। ਸਭ ਤੋਂ ਵੱਡੀ ਜਿਹੜੀ ਇਹ ਤੁਹਾਨੂੰ ਮਿਲ ਸਕਦਾ ਵੀ ਉਹਨਾਂ ਦੇ ਪਰਿਵਾਰ ਚੋਂ ਹੀ ਮਿਲੀ ਆ। ਪਹਿਲਾਂ ਬਾਦਲ ਸਾਹਿਬ ਆ ਸੰਗਤ ਦਰਸ਼ਨ ਕਰਦੇ ਆ, ਤੁਹਾਨੂੰ ਪਤਾ ਹੀ ਹੋਣਾ ਕਿ ਉਹ ਪਹਿਲਾਂ ਹੀ 1 ਸਾਲ ਪਹਿਲਾਂ ਸੰਗਤ ਦਰਸ਼ਨ ਸ਼ੁਰੂ ਕਰ ਦਿੰਦੇ ਹੁੰਦੇ ਸੀ, ਏਦਾਂ ਹੀ ਬਿਲਕੁਲ ਵਿਚਰਦੇ ਹੁੰਦੇ ਸੀ। ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੈ ਜਾਂ ਪਹਿਲਾਂ ਤੋਂ ਵੀ ਇਹਨਾਂ ਦਾ ਰਿਹਾ ਆ ਕਾਂਗਰਸ ਦੇ ਵਿੱਚ, ਕੋਈ ਐਡਾ ਜ਼ਿਆਦਾ ਕੋਈ ਲੀਡਰ ਜਿਹੜਾ ਆ ਘੁਲਦਾ ਮਿਲਦਾ ਨਹੀਂ। ਪਰ ਇਹਨਾਂ ਦੇ ਵਿੱਚ ਉਹ ਜਿਹੜਾ ਪਰਿਵਾਰਕ ਵੀ ਹੈਗਾ ਕਿ ਲੋਕਾਂ ਦੇ ਵਿੱਚ ਵਿਚਰਨਾ ਕਿੱਦਾਂ। ਹੁਣ ਤੁਸੀਂ ਦੇਖੋ ਕਿ ਇੱਕ ਕੋਈ ਲੀਡਰ ਆ, ਉਹ ਤੁਹਾਡੇ ਨਾਲ ਹੱਥ ਵੀ ਜਾਂਦਾ ਮਲਾ ਲਾਂਦਾ, ਉਹ ਬੰਦੇ ਦੇ ਹੱਥ ਦੇ ਵਿੱਚ ਜਾਂਦਾ ਉਹ ਵੋਟ ਸਾਨੂੰ ਪਾ ਦਿਓ, ਉਹਦੇ ਮਨ ਦੇ ਵਿੱਚ ਇੱਕ ਵਾਰੀ ਭਾਵੇਂ ਉਹ ਕਿੱਡਾ ਵੀ ਕੱਟੜਿਆ, ਉਹ ਇੱਕ ਨਰਮ ਹੋ ਜਾਂਦਾ ਉਹਦਾ ਦਿਲ ਕਿ ਇਹਦਾ ਬੰਦਾ ਇਹ ਬੜਾ ਚੰਗਾ ਹੈ। ਇਦਾਂ ਹੀ ਜਿਹੜਾ ਆ ਇਹਨਾਂ ਨੇ ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿ ਕਿੰਨਾ ਕੁ ਜ਼ਿਆਦਾ। ਪਰ ਦਲਜੀਤ ਜੀ ਪਤਾ ਨਹੀਂ ਕਿ ਜਿਹੜੇ ਸਾਡੇ ਲੀਡਰ ਆ ਉਹ ਭੁਲੱਕੜ ਆ, ਉਹ ਭੁੱਲ ਜਾਂਦੇ ਕਿ ਜਾਂ ਉਹ ਲੋਕਾਂ ਨੂੰ ਬੇਵਕੂਫ ਸਮਝਦੇ। ਹੁਣ ਸੁਖਬੀਰ ਬਾਦਲ ਹੁਣਾਂ ਦੀ ਗੱਲ ਕਰੀਏ ਤਾਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਵਾਅਦੇ ਜਿਹੜੇ ਮੁੱਦੇ ਆ ਪੰਜਾਬ ਦੇ ਉਹ ਉਦਾਂ ਦੇ ਉਦਾਂ ਖੜੇ ਆ। ਸੁਖਬੀਰ ਬਾਦਲ ਸਾਹਿਬ ਵੀ ਕਹਿੰਦੇ ਕਿ ਸਾਡੀ ਸਰਕਾਰ ਆਉਣ ਦੋ, ਅਸੀਂ ਬਾਈਬਲ ਕਲਾ ਜਿਹੜੀ ਗੋਲੀ ਕਾਂਡ ਆ ਜਾਂ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਹਦਾ ਜੋ ਇਨਸਾਫ ਆ ਅਸੀਂ ਦੇਵਾਂਗੇ। ਇਹਨਾਂ ਨੂੰ ਸਵਾਲ ਕਰਨਾ ਚਾਹੀਦਾ ਕਿ ਜਦੋਂ ਇਹ ਸਭ ਕੁਝ ਹੋਇਆ ਸੀ ਉਹ ਸਰਕਾਰ
ਸਰਕਾਰ ਤਾਂ ਤੁਹਾਡੀ ਸੀ, ਤੁਸੀਂ 1.5 ਸਾਲ 'ਚ ਕੀ ਕੁਛ ਕੀਤਾ? ਨਹੀਂ, ਇਨਸਾਫ ਦੇਵਾਂਗੇ, ਦੋਸ਼ ਤਾਂ ਤੁਹਾਡੇ ਉੱਤੇ ਲੱਗਦੇ ਆ। ਬਿਲਕੁਲ। ਤੇ ਜਾਂ ਤਾਂ ਤੁਸੀਂ ਹੋਵੋ ਵੀ ਉਹਦੇ ਦੋਸ਼ ਦੇ ਵਿੱਚ ਵੀ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲ ਤੋਂ ਕਾਫੀ ਭੰਡੀ ਵੀ ਹੋਈ ਆ ਜੀ, ਕਿਉਂਕਿ ਉਦੋਂ 2017 ਦੇ ਵਿੱਚ ਤੁਸੀਂ ਦੇਖੋ ਕਿ ਉਹ ਤਾਂ ਇਹ ਕਹਿੰਦੇ ਸੀ ਕਿ ਮੈਂ ਇਹਨਾਂ ਨੂੰ ਪੇਪੌਤ ਨੂੰ ਜੇਲ੍ਹ ਦੇ ਵਿੱਚ ਸਿੱਟਣਾ। ਬਿਲਕੁਲ। ਮੈਂ ਤਾਂ ਇਹਨਾਂ ਦੇ ਉੱਤੇ ਸਿੱਧਾ, ਮੈਨੂੰ ਪਤਾ ਆ। ਫਿਰ ਉਹ ਇਹ ਵੀ ਦੱਸਦੇ ਸੀ ਖੁੰਡਾ ਬਹੁਤ ਮਸ਼ਹੂਰ ਸੀ ਕੈਪਟਨ ਸਾਹਿਬ ਦਾ, ਉਹ 2012 ਵਾਲਾ ਖੁੰਡਾ ਸੀ ਜੀ, ਤੇ ਉਦੋਂ ਅਸਫਲ ਰਹਿ ਗਿਆ ਸੀ ਖੁੰਡਾ। ਫਿਰ ਹੁਣ ਦੇ ਵਿੱਚ ਤਾਂ ਇਹਨਾਂ ਨੇ ਕਿਹਾ ਸੀ ਕਿ ਮੈਨੂੰ ਪਤਾ ਆ ਨਸ਼ਾ ਕਿੱਥੋਂ ਆਉਂਦਾ, ਜੀ, ਕਿਹੜੇ ਕਿਹੜੇ ਬੰਦੇ ਆ, ਤੇ ਵੱਡੇ ਲੀਡਰ ਆ। ਉਹਨਾਂ ਨੇ ਕਿਹਾ ਜੀ, ਕਿ ਮੈਂ ਛੋਟੇ ਮਗਰਮੱਛਾਂ ਨੂੰ ਹੱਥ ਨਹੀਂ ਪਾਉਣਾ, ਮੈਂ ਵੱਡਿਆਂ ਨੂੰ ਪਾਉਣਾ। ਜੀ, ਮੈਂ ਵੱਡੇ ਲਿਆ ਕੇ ਜਿਹੜੇ ਆ ਨਸ਼ੇ ਦੇ ਜਿਹੜੇ ਸੌਦਾਗਰ ਆ ਉਹ ਸਿੱਟਣੇ ਆ। ਜੀ, ਇੱਕ ਵੀ ਬੰਦਾ ਤੁਸੀਂ ਦੱਸ ਦਿਓ ਜਿਹੜਾ ਕਿ ਨਸ਼ੇ ਦੇ ਮੁੱਦੇ ਦੇ ਉੱਤੇ ਕੋਈ ਗੱਲਬਾਤ ਹੋਈ ਆ। ਜੀ। ਹੁਣ ਇਸੇ ਕਰਕੇ ਜਿਹੜਾ ਪ੍ਰਤੀਕਰਮ ਆ ਕਾਫੀ ਲੋਕਾਂ ਦੇ ਵਿੱਚ ਹੈਗਾ, ਭਾਵੇਂ ਕਿ ਇਹ 4 ਸਾਲਾਂ ਦੇ ਵਿੱਚ ਕੋਈ ਐਡੀ ਜ਼ਿਆਦਾ ਕੋਈ ਇਹਨਾਂ ਦੇ ਉੱਤੇ ਕਹਿ ਲਓ ਕਿ ਦੋਸ਼ ਨਹੀਂ ਲੱਗਦਾ ਕਾਂਗਰਸ ਸਰਕਾਰ ਦੇ ਉੱਤੇ, ਪਰ ਆਪਸ ਦੇ ਵਿੱਚ ਇਹ ਜ਼ਰੂਰ ਹੈਗਾ ਕਿ ਜਿਹੜੇ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਆਏ ਸੀ ਉਹਨਾਂ ਦੇ ਵਿੱਚ ਅਸਫਲ ਸਰਕਾਰ ਹੋਈ। ਪਰ ਦਲਜੀਤ ਜੀ ਗੱਲ ਤਾਂ ਇਹ ਆ ਨਾ ਕਿ ਜਿੱਦਾਂ ਆਪਾਂ ਗੱਲ ਕੀਤੀ ਕਿ ਮੁੱਦੇ ਤਾਂ ਪੰਜਾਬ ਦੇ ਅਜੇ ਵੀ ਖੜੇ ਆ। ਜਦੋਂ ਇਹ ਕਾਂਗਰਸ ਸਰਕਾਰ ਆਈ ਸੀ ਬੜੇ ਵੱਡੇ ਵੱਡੇ ਵਾਅਦੇ ਕਰਕੇ, ਇੱਥੋਂ ਤੱਕ ਕਿ ਗੁਟਕਾ ਸਾਹਿਬ ਮੂੰਹ ਮੱਥੇ ਨੂੰ ਲਾ ਕੇ ਸਹੁੰ ਵੀ ਖਾਧੀ ਕਿ ਲੱਕ ਤੋੜਾਂਗੇ। ਹੁਣ ਕੈਪਟਨ ਸਾਹਿਬ ਦਾ ਉਦੋਂ 2012 ਦੇ ਵਿੱਚ ਖੂੰਡਾ ਤੇ ਬੜਾ ਖੜਕਿਆ, ਪਰ ਇਸ ਵਾਰ ਲੱਗਦਾ ਕਿ ਉਹਨਾਂ ਨੇ ਆਪਣੇ ਸਾਰੇ ਜਿਹੜੇ ਹਥਿਆਰ ਆ ਉਹ ਵੀ ਸੁੱਟ ਤੇ, ਕਿਉਂਕਿ ਜਿਹੜੇ ਉਹਨਾਂ ਦੇ ਆਪਣੇ ਵਿਧਾਇਕ ਆ ਇਸ ਵੇਲੇ ਉਹਨਾਂ ਦੀ ਘੇਰਾਬੰਦੀ, ਕੈਪਟਨ ਸਾਹਿਬ ਦੀ ਘੇਰਾਬੰਦੀ ਉਹਨਾਂ ਦੇ ਆਪਣੇ ਵਿਧਾਇਕਾਂ ਵੱਲੋਂ ਹੋ ਰਹੀ ਆ। ਬਾਗੀ ਵਿਧਾਇਕਾਂ ਨੇ ਇੱਕ ਵਾਰ ਫਿਰ ਮੀਟਿੰਗ ਕੀਤੀ ਆ ਤੇ ਉਹਨਾਂ ਨੇ ਸਿੱਧਾ ਇਹ ਇਲਜ਼ਾਮ ਲਾਇਆ ਕਿ ਸਾਨੂੰ ਇਦਾਂ ਦਾ ਮੁੱਖ ਮੰਤਰੀ ਨਹੀਂ ਚਾਹੀਦਾ ਜਿਹਨੇ ਕੁਝ ਕੀਤਾ ਨਾ ਹੋਵੇ। ਦੇਖੋ, ਇਹਦੇ ਵਿੱਚ ਵੀ ਇਹ ਆ ਗਿਆ ਕਿ ਹੁਣ ਦੱਸਣ ਕੀ ਲੋਕਾਂ ਦੇ ਵਿੱਚ 4.5 ਸਾਲ ਹੋ ਗਏ ਤੇ ਲੋਕਾਂ ਦੇ ਵਿੱਚ ਹੁਣ 6 ਮਹੀਨੇ ਨੂੰ ਆਪਣੀਆਂ ਜਿਹੜੀਆਂ ਇਲੈਕਸ਼ਨਸ ਆ ਰਹੀਆਂ ਜੀ, ਕਿਹੜਾ ਇਦਾਂ ਦਾ ਮਾਰਕਾ ਮਾਰਿਆ ਕਾਂਗਰਸ ਸਰਕਾਰ ਨੇ ਜਿਹਨੂੰ ਲਿਜਾ ਕੇ ਉਹ ਦੱਸਣ ਕਿ ਅਸੀਂ ਜੀ ਆਹ ਕੰਮ ਕੀਤਾ ਜੀ, ਇਹਦੇ ਕਰਕੇ ਸਾਨੂੰ ਵੋਟਾਂ ਪਾਓ। ਇੱਕ ਵੀ ਕੰਮ ਤੁਸੀਂ ਦੱਸ ਦਿਓ ਜੀ, ਜਿਹੜੇ ਮੁੱਦੇ ਆ ਭਾਵੇਂ ਛੋਟੇ ਮੋਟੇ ਹੱਲ ਕੀਤੇ ਹੋਣਗੇ, ਪਰ ਜਿਨ੍ਹਾਂ ਦੇ ਕਰਕੇ ਸਰਕਾਰ ਬਣੀ ਸੀ ਉਹ ਸੀਗੇ ਨਸ਼ਾ, ਜੀ, ਜਿਹੜਾ ਮਾਫੀਆ ਹੈ ਉਹਦੇ ਵਿੱਚ ਡਰੱਗ ਮਾਫੀਆ ਵੀ ਸੀ, ਮਾਈਨਿੰਗ ਦਾ ਮਾਫੀਆ ਵੀ ਸੀ, ਫਿਰ ਉਹਦੇ ਵਿੱਚ ਬੇਅਦਬੀ ਦਾ ਇਨਸਾਫ, ਜੀ, ਫਿਰ ਕੋਟਕਪੂਰਾ ਤੇ ਬਾਈਬਲ ਕਾਂਡ। ਜੀ, ਇਹਨਾਂ ਸਾਰਿਆਂ ਦੇ ਉੱਤੇ ਜਿਹੜੀ ਆ ਫੇਲ ਹੋਈ ਆ। ਫਿਰ ਉਹਨਾਂ ਨੇ ਕਿਹਾ ਸੀ ਜਿੱਦਾਂ ਪਹਿਲਾਂ ਦੱਸਿਆ ਕਿ ਵੱਡੇ ਜਿਹੜੇ ਮੈਂ ਲੀਡਰ ਆ ਉਹ ਉਹਨਾਂ ਦੇ ਉੱਤੇ ਜਿਹੜਾ ਜੇਲ੍ਹ ਦੇ ਵਿੱਚ ਪਾਉਣੇ ਆ। ਈਵਨ ਕਿ ਸਮੇਧ ਸੈਣੀ ਨੂੰ ਨਹੀਂ ਰੱਖ ਪਾ ਰਹੇ ਜੇਲ੍ਹ ਦੇ ਵਿੱਚ, ਭਾਵੇਂ ਕਿ ਵੱਖਰੇ ਵੱਖਰੇ ਉਹਦੇ ਉੱਤੇ ਦੋਸ਼ ਲਾਏ ਜਾਂਦੇ ਆ। ਉਹ ਬੰਦਾ ਜਿਹੜਾ ਹੈ ਆਉਂਦਾ ਆ ਤੇ ਆਉਣ ਜਾਣੇ ਕਰਦਾ ਆ ਜੇਲ੍ਹ ਦੇ ਵਿੱਚ, ਕੋਈ ਦੋਸ਼ ਨਹੀਂ ਸਾਬਤ ਹੋ ਰਿਹਾ। ਜਿੰਨੇ ਵੀ ਇਹ ਲੈ ਕੇ ਜਾਂਦੇ ਆ ਦੋਸ਼ ਜਿਹੜੇ ਅਦਾਲਤ ਦੇ ਵਿੱਚ ਸਾਬਤ ਹੀ ਨਹੀਂ ਹੁੰਦੇ, ਉਹਦੇ ਵਿੱਚ ਸਾਰੇ ਹੀ ਇਹਨਾਂ ਦੇ ਜਿਹੜੇ ਵਕੀਲਾਂ ਦੀ ਫੌਜ ਆ ਉਹ ਫੇਲ ਹੋ ਜਾਂਦੀ ਆ। ਇਸ ਕਰਕੇ ਹੁਣ ਕੀ ਦੱਸਣ ਲੋਕਾਂ ਨੂੰ, ਕੀ ਕਹਿਣ ਕਿ ਸਾਨੂੰ ਵੋਟਾਂ ਪਾਓ। ਲੋਕਾਂ ਨੇ ਇਹੀ ਕਹਿਣਾ ਕਿ ਤੁਸੀਂ ਤਾਂ ਆਹੀ ਗੱਲਾਂ ਪਿਛਲੀ ਵਾਰ ਵੀ ਕਹਿੰਦੇ ਸੀ, 5 ਸਾਲਾਂ 'ਚ ਕੀ ਕੀਤਾ। ਹੁਣ ਉਹਦੇ ਲਈ ਇਹ ਆ ਕਿ ਸਾਰਾ ਦੋਸ਼ ਇੱਕ ਬੰਦੇ ਦੇ ਉੱਤੇ ਸੱਟ ਕੇ ਉਸ ਬੰਦੇ ਦੇ ਉੱਤੇ ਪਾ ਦਿਓ ਕਿ ਅਸੀਂ ਤਾਂ ਕਰਨਾ ਸੀ ਪਰ ਕੈਪਟਨ ਨੇ ਨਹੀਂ ਸਾਨੂੰ ਕਰਨ ਦਿੱਤਾ। ਇਹੀ ਰੂਪ ਰੇਖਾ ਦੇ ਉੱਤੇ ਇਸ ਵੇਲੇ ਕਾਂਗਰਸ ਸਰਕਾਰ ਚੱਲ ਰਹੀ ਆ। ਹੁਣ ਜਿਹੜਾ ਨਵਜੋਤ ਸਿੰਘ ਸਿੱਧੂ ਆ ਤੇ ਸਾਰੇ ਜਿੰਨੇ ਬਾਗੀ ਵਿਧਾਇਕ ਆ, ਇਹ ਬਾਗੀ ਵਿਧਾਇਕਾਂ ਦਾ ਤੁਸੀਂ ਇਤਿਹਾਸ ਕੱਢ ਕੇ ਦੇਖੋ। ਜਦੋਂ ਪ੍ਰਤਾਪ ਸਿੰਘ ਕੈਰੋਂ ਸੀਗੇ ਪ੍ਰੈਜ਼ੀਡੈਂਟ, ਉਸ ਵੇਲੇ ਇਹਨਾਂ ਲੋਕਾਂ ਨੇ ਅੱਡੀ ਚੋਟੀ ਦਾ ਜੋਰ ਲਾ ਲਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾਓ ਜੇ ਤੁਸੀਂ ਜਿੱਤਣਾ। ਇਹਨਾਂ ਨੇ ਪੂਰਾ ਪ੍ਰਤੀਕਰਮ ਉਸ ਵੇਲੇ ਇਦਾਂ ਦਾ ਸੀ ਕਿ ਪ੍ਰਤਾਪ ਸਿੰਘ ਕੈਰੋਂ ਤੁਹਾਨੂੰ ਜਿਤਾ ਨਹੀਂ ਸਕਦਾ। ਪੂਰੇ ਜਿੱਦਾਂ ਕਹਿ ਲਓ ਬਗਾਵਤ ਦੀ ਰੌਂ ਦੇ ਵਿੱਚ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਇਹਨਾਂ ਦੀ ਕਹਿ ਲਓ ਕਿ ਪ੍ਰੈਸ਼ਰ ਦੇ ਵਿੱਚ। ਫਿਰ ਉਹ ਜਿੱਤ ਵੀ ਚਲੋ ਹੋ ਗਈ ਆ। ਹੁਣ ਇਹੀ ਵਿਧਾਇਕ ਜਿਹੜੇ ਕਿ ਪ੍ਰੈਸ਼ਰ ਪਾਉਂਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਪੰਜਾਬ ਨੂੰ ਸਾਂਭ ਹੀ ਨਹੀਂ ਕੋਈ ਸਕਦਾ, ਉਹੀ ਬੰਦੇ ਕਹਿ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਅਯੋਗ ਸਾਬਤ ਹੋਇਆ। ਉਹ ਤੇ ਜਿਹੜਾ ਦਲਜੀਤ ਜੀ ਤੁਸੀਂ ਗੱਲ ਕਰਦੇ, ਇਹ ਤਾਂ ਸਮਾਂ ਕਾਫੀ ਦੇਰ ਪਹਿਲਾਂ ਦਾ ਇਹ ਲੰਘ ਗਿਆ, ਪਰ ਅੱਜ ਪਿਛਲੇ 5-6 ਮਹੀਨਿਆਂ ਦੀ ਗੱਲ ਕਰੀਏ ਤੇ ਜਿਹੜੇ ਬਹੁਤੇ ਬਾਗੀ ਵਿਧਾਇਕ ਇਹ ਕੈਪਟਨ ਸਾਹਿਬ ਦੇ ਨਾਲ ਖੜੇ ਸੀ, ਉਹਨਾਂ ਦਾ ਪਿੱਠ ਥਾਪੜਦੇ ਸੀ ਕਿ ਜਿਹੜੇ ਸਾਡਾ ਕਮਾਂਡਰ ਆ, ਜਿਹੜਾ ਸਾਡਾ ਆਗੂ ਆ ਉਹ ਬਹੁਤ ਵਧੀਆ, ਸਾਡੇ ਸਾਰੇ ਕੰਮ ਹੋ ਰਹੇ ਆ। ਹੁਣ ਅਚਾਨਕ 4.5 ਸਾਲ ਲੰਘਣ ਤੋਂ ਬਾਅਦ ਅਚਾਨਕ ਉਹਨਾਂ ਵਿਧਾਇਕਾਂ ਨੂੰ ਦੱਸਣ ਲੱਗ ਪਿਆ ਕੰਮ ਕਿਉਂ ਕੋਈ ਨਹੀਂ ਹੋਇਆ, ਤੇ ਉਹਦਾ ਸਾਰਾ ਭਾਰ ਜਿਹੜਾ ਆ ਉਹ ਕੈਪਟਨ ਮਹਾਰਾਜੇ ਦੇ ਸੈਨਾਪਤੀ ਦਿਨੋਂ ਦਿਨ ਇਸੇ ਲਈ ਘਟ ਰਹੇ ਆ। ਉਹਦੇ ਵਿੱਚ ਇਹ ਵੀ ਹੈਗਾ ਕਿ ਇਹਨਾਂ ਦੀ ਇਹ ਜ਼ਰੂਰ ਇਹ ਮੰਨਦੇ ਆ ਕਿ ਸਾਨੂੰ ਪੂਰੀ ਤਰ੍ਹਾਂ ਪੁੱਛ ਪ੍ਰਤੀਤ ਨਹੀਂ ਹੋਈ। ਇਹਨਾਂ ਦੇ ਵਿੱਚੋਂ ਸਾਰਿਆਂ ਦਾ ਜੇ ਤੁਸੀਂ ਰਿਕਾਰਡ ਕੱਢ ਕੇ ਦੇਖੋ, ਇਹਨਾਂ ਦੀਆਂ ਆਪਸੀ ਨਿੱਜੀ ਆ, ਨਿੱਜੀ ਕੋਈ ਨਾ ਕੋਈ ਇਦਾਂ ਦੇ ਹੈਗੀਆਂ ਗੱਲਾਂ ਜਿਹਦੇ ਕਰਕੇ ਕਿ ਕੈਪਟਨ ਦੇ ਖਿਲਾਫ ਆ। ਹੁਣ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਗੱਲ ਕਰ ਲਓ, ਬਾਜਵਾ ਸਾਹਿਬ ਦੀ ਗੱਲ ਕਰ ਲਓ, ਰੰਧਾਵਾ ਸਾਹਿਬ ਦੀ, ਇਹ ਤਾਂ ਸਿੱਧੇ ਹੀ ਹੋ ਗਏ। ਨਵਜੋਤ ਸਿੰਘ ਸਿੱਧੂ ਦਾ ਤੁਹਾਨੂੰ ਪਤਾ ਹੀ ਆ, ਉਹ ਪਹਿਲਾਂ ਤੋਂ ਹੀ ਜਿਹੜੇ ਐਂਟੀ ਆ। ਪਰ ਬਹੁਤ ਸਾਰੇ ਇਹਨਾਂ ਨੇ ਮੀਟਿੰਗ ਜਿਹੜੀ ਆ ਵਿਧਾਇਕਾਂ ਦੀ ਰੱਖੀ ਆ, ਉਹਦੇ ਵਿੱਚ ਇਹਨਾਂ ਨੇ ਇਹੀ ਕਿਹਾ ਕਿ ਹੁਣ ਜਿਹੜਾ ਸਾਨੂੰ ਨਵਾਂ ਲੀਡਰ ਚਾਹੀਦਾ। ਨਵਾਂ ਲੀਡਰ ਕੌਣ ਚਾਹੀਦਾ? ਉਹਦੇ ਵਿੱਚ ਸਿੱਧਾ ਇਹ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਓ। ਪਰ ਫਿਰ ਸਵਾਲ ਉੱਥੇ ਇਹੀ ਆਉਂਦਾ ਕਿ ਨਵਜੋਤ ਸਿੰਘ ਸਿੱਧੂ ਦੇ ਕੋਲ ਇਦਾਂ ਦੀ ਕਿਹੜੀ ਬੂਟੀ ਆ
ਜਿਹਦੇ ਨਾਲ ਕਿ ਕੈਪਟਨ ਕੰਮ ਨਹੀਂ ਕਰ ਪਾਇਆ ਜੀ ਉਹ ਜਿਹੜਾ ਕੰਮ ਆ ਉਹ ਕਰ ਲਓ, ਕਿਉਂਕਿ ਕੰਮ ਤਾਂ ਬਿਊਰੋਕ੍ਰੇਸੀ ਦੇ ਉੱਤੇ ਕਰਾਉਣਾ। ਜੀ ਜੇ ਅਸੀਂ ਗੱਲ ਕਰੀਏ ਕਿ ਜਿਹੜਾ ਰਾਜਸੀ ਪ੍ਰਬੰਧ ਆ, ਪ੍ਰਸ਼ਾਸਨ ਦਾ ਪ੍ਰਬੰਧ ਆ ਜੀ, ਉਹਦੇ ਵਿੱਚ ਕੁਸ਼ਲ ਯੋਗਤਾ ਜਿਹੜੀ ਆ ਉਹ ਤਾਂ ਬਹੁਤ ਵੱਡੀ ਗੱਲ ਹੁੰਦੀ। ਬੂਟੀ ਦਾ ਮੇਰੇ ਖਿਆਲ ਦਲਜੀਤ ਜੀ ਇੱਕੋ ਹੀ ਆ ਕਿ ਇਸ ਵੇਲੇ ਜਿਹੜਾ ਸਿੱਧੂ ਸਾਹਿਬ ਦਾ ਪੱਲੜਾ ਆ ਉਹ ਥੋੜਾ ਭਾਰਾ ਲੱਗਦਾ, ਤੇ ਜਿਹੜੇ ਸਾਡੇ ਲੀਡਰ ਆ ਉਹ ਤੱਕੜੀ 'ਚ ਜਿਹੜੇ ਬੰਨੇ ਭਾਰ ਹੋਵੇ ਉਸ ਬੰਨੇ ਤੁਲ ਜਾਂਦੇ ਆ। ਪਰ ਪੰਜਾਬ ਦੇ ਮੁੱਦੇ ਅਜੇ ਵੀ ਉਦਾਂ ਦੇ ਉਦਾਂ ਖੜੇ ਆ। ਪੰਜਾਬ ਦੇ ਲੋਕਾਂ ਦੇ ਹੱਲ ਜਿਹੜੇ ਆ ਉਹ ਜੋ ਮੁਸ਼ਕਲਾਂ ਅੱਜ ਤੋਂ 15-20 ਸਾਲ ਪਹਿਲਾਂ ਸੀ ਉਹਦੇ ਨਾਲ ਵਧੀਆਂ ਹੀ ਆ, ਘਟੀਆਂ ਨਹੀਂ। ਬਿਲਕੁਲ ਜੀ, ਇਹਦੇ ਨਾਲ ਜੋ ਕਾਟੋ ਕਲੇਸ਼ ਹੈ ਦਲਜੀਤ ਜੀ, ਇਹਦੇ ਨਾਲ ਜੇ ਮੈਂ ਅੱਗੇ ਗੱਲ ਕਰਾਂ ਤਾਂ ਇਹਨੂੰ ਵੇਖ ਕੇ ਤੁਹਾਨੂੰ 2022 ਦੇ ਵਿੱਚ ਆਉਣ ਵਾਲਾ ਸਮਾਂ ਕਿੱਦਾਂ ਦਾ ਲੱਗਦਾ, ਜਾਂ ਪੰਜਾਬ ਕਾਂਗਰਸ ਦਾ ਕਿੱਦਾਂ ਦਾ ਭਵਿੱਖ ਲੱਗ ਰਿਹਾ? ਜਿੱਦਾਂ ਕੈਪਟਨ ਸਾਹਿਬ ਕਹਿੰਦੇ ਸੀ ਮੈਂ ਉਨੀ ਦੇਰ ਤੱਕ ਜਾਣਾ ਨਹੀਂ ਜਿੰਨੇ ਚਿਰ ਤੱਕ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ। ਮੈਨੂੰ ਲੱਗਦਾ ਕੈਪਟਨ ਸਾਹਿਬ ਦੀ ਆਹ ਵਾਰੀ ਨਹੀਂ ਪੂਰੀ ਕਰਨ ਦੇਣੀ ਉਹਨਾਂ ਨੇ। ਇਹ ਤਾਂ ਹਰ ਕੋਈ ਲੀਡਰ ਕਹਿ ਕੇ ਜਾਂਦਾ, ਇਹ ਤਾਂ ਆਜ਼ਾਦੀ ਤੋਂ ਬਾਅਦ ਹੀ ਆ ਗਿਆ ਸੀ ਜੀ ਕਿ ਸਾਡਾ ਜਿਹੜਾ ਤੁਸੀਂ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਪੜ੍ਹ ਕੇ ਦੇਖੋ, ਉਹ ਆਜ਼ਾਦੀ ਤੋਂ ਪਹਿਲਾਂ ਹੀ ਕਾਂਗਰਸ ਦੇ ਉੱਤੇ, ਮੈਂ ਤਾਂ ਹੈਰਾਨ ਰਹਿ ਗਿਆ ਜੇ ਹਿਸਾਬ ਦੀਆਂ ਉਹ ਕਾਂਗਰਸ ਦੇ ਉੱਤੇ ਗੱਲਾਂ ਕਰਦਾ। ਕਾਂਗਰਸ ਦਾ ਮਤਲਬ ਇਹ ਨਹੀਂ ਕਿ ਅੱਜ ਦੀ ਕਾਂਗਰਸ, ਉਸ ਵੇਲੇ ਉਹ ਲੋਕ ਸੀਗੇ ਜਿਹੜੇ ਕਿ ਕਹਿੰਦੇ ਸੀ ਅਸੀਂ ਦੇਸ਼ ਆਜ਼ਾਦ ਕਰਕੇ ਇਹਨੂੰ ਸੋਨੇ ਦੀ ਚਿੜੀ ਬਣਾ ਦੇਣਾ। ਜੀ, ਮੁਨਸ਼ੀ ਪ੍ਰੇਮ ਚੰਦ ਉਹਨਾਂ ਦੇ ਉੱਤੇ ਉਸ ਵੇਲੇ ਸਵਾਲ ਕਰ ਰਿਹਾ ਵੀ ਇਹ ਵੀ ਬੰਦੇ ਉਹੀ ਆ, ਇਹ ਨਹੀਂ ਤੁਹਾਨੂੰ ਲੁੱਟ ਕੇ ਜਾਣਾ। ਜੀ, ਉਸ ਵੇਲੇ ਉਹਦੀਆਂ ਕਹਾਣੀਆਂ ਦੇ ਵਿੱਚ ਉਹ ਜ਼ਿਕਰ ਆਉਂਦਾ। ਹੁਣ ਤੁਹਾਡੇ ਜਿਹੜੇ ਰੂਹ ਕੰਡੇ ਖੜੇ ਹੋ ਜਾਂਦੇ ਆ ਵੀ ਉਹ ਬੰਦਾ ਦੇਖੋ ਪਹਿਲਾਂ ਹੀ ਇਹਨਾਂ ਤੇ ਸ਼ੱਕ ਕਰ ਰਿਹਾ, ਉਹਨੂੰ ਪਤਾ ਸੀ ਕਿ ਇਹ ਸਿਰਫ ਲੋਕਾਂ ਦੇ ਨਾਲ ਇਹ ਵੀ ਤਸ਼ੱਦਦ ਕਰਦੇ ਸੀ। ਜੀ, ਇਹ ਵੀ ਜਿਹੜੇ ਆ ਲੋਕਾਂ ਦੀਆਂ ਦੁਕਾਨਾਂ ਬੰਦ ਕਰਵਾਉਂਦੇ ਸੀ, ਗਰੀਬ ਲੋਕਾਂ ਦਾ ਜਿਹੜਾ ਬਿਜ਼ਨਸ ਆ ਠੱਪ ਹੋ ਜਾਂਦਾ ਸੀ ਦੇਸ਼ ਭਗਤੀ ਦੇ ਨਾਂ ਦੇ ਉੱਤੇ। ਬਿਲਕੁਲ ਉਸੇ ਤਰ੍ਹਾਂ ਦੀ ਜਿਹੜੀ ਬਾਤ ਦੀ ਭਾਵਨਾ ਆ ਹੁਣ ਵੀ ਇਦਾਂ ਦੀ ਚੱਲਦੀ ਆ। ਜੀ, ਉਹਦੇ ਵਿੱਚ ਹੁਣ ਇਹੀ ਹੈ ਕਿ ਲੋਕਾਂ ਨੂੰ ਜਿਹੜਾ ਇੰਨੇ ਸਾਲਾਂ ਦੇ ਵਿੱਚ ਜੋ ਲੋਕਾਂ ਦੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਤੋਂ ਹੱਲ ਕਿੱਦਾਂ ਦਿਵਾਇਆ ਜਾਵੇ, ਇਹ ਜ਼ਰੂਰ ਦੇਖਣ ਵਾਲੀ ਹੈਗੀ ਗੱਲ। ਪਰ 2022 ਦੀਆਂ ਚੋਣਾਂ ਤੱਕ ਕਿਹੜੀ ਪਾਰਟੀ ਅੱਗੇ ਆਉਂਦੀ ਆ, ਇਹ ਲੋਕਾਂ ਨੇ ਹੁਣ ਇਹ ਨਿਰਣਾ ਲੈਣਾ। ਰੌਲਾ ਤਾਂ ਇਹੀ ਆ ਨਾ ਦਲਜੀਤ ਜੀ ਕਿ ਜਿਹੜਾ ਪੰਜਾਬ ਦਾ ਭਵਿੱਖ ਆ, ਜਾਂ ਲੋਕਾਂ ਨੂੰ ਕੋਈ ਵੀ ਚੋਇਸ ਜਿਹੜੀ ਆ ਜਾਂ ਕੋਈ ਵੀ ਪਾਰਟੀ ਅਜਿਹੀ ਨਹੀਂ ਦਿਸ ਰਹੀ ਜਿਹੜੀ ਪੰਜਾਬ ਨੂੰ ਇੰਨੇ ਗਹਿਰੇ ਖੱਡੇ 'ਚੋਂ ਕੱਢ ਸਕੇ। ਕਿਉਂਕਿ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਰਾਜ ਪੰਜਾਬ ਦੇ ਲੋਕਾਂ ਨੇ ਵੇਖਿਆ ਹੋਇਆ। ਕਾਂਗਰਸ ਦੇ ਪਿਛਲੇ 4.5 ਸਾਲਾਂ ਜੋ ਕੁਝ ਕੀਤਾ ਉਹ ਵੀ ਲੋਕਾਂ ਦੇ ਸਾਹਮਣੇ ਆ। ਤੇ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਇੱਕ ਤਰ੍ਹਾਂ ਦੇ ਜਿਹੜੇ ਗ੍ਰਹਿ ਯੁੱਧ 'ਚ ਜਾਂ ਆਪਸ ਦੇ ਵਾਰ ਦੇ ਵਿੱਚ ਫਸੀ ਹੋਈ ਆ। ਸੋ ਪੰਜਾਬ ਦੇ ਲੋਕਾਂ ਦਾ ਹੱਲ ਕਿੱਥੇ ਆ? ਨਹੀਂ, ਹੱਲ ਤਾਂ ਦੇਖੋ ਕਿਸੇ ਪਾਰਟੀ ਦੇ ਕੋਲ ਹੈ ਹੀ ਨਹੀਂ। ਜੇ ਅਸੀਂ ਗੱਲ ਪੁੱਛੀਏ ਕਿ ਤੁਹਾਡੇ ਕੋਲ ਪਲਾਨ ਕੀ ਆ, ਪਲਾਨ ਤਾਂ ਹੈ ਹੀ ਨਹੀਂ। ਪਲਾਨ ਤਾਂ ਸਭ ਤੋਂ ਪਹਿਲਾਂ ਇਹ ਹੈ ਕਿ ਅਸੀਂ ਆਪਣੇ ਖਰਚੇ ਕਿੱਦਾਂ ਘਟਾਉਣੇ, ਇਹਦੇ ਉੱਤੇ ਗੱਲ ਹੀ ਨਹੀਂ ਹੋ ਰਹੀ। ਹੁਣ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਅਸੀਂ ਜਿਹੜੀ ਇਹਨਾਂ ਦੀ ਸਰਕਾਰ ਦੀ ਹੁਣ ਅਗਲੀ ਪਲੈਨਿੰਗ ਆ, ਹੁਣ ਇਹ ਇੱਥੇ ਦੇ ਜਿਹੜੇ ਆਰਾਮ ਘਰ ਆ, ਗੈਸਟ ਹਾਊਸ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ, ਉਹਨਾਂ ਨੂੰ ਵੀ ਇਹ ਗਿਰਵੀ ਰੱਖਣ ਲੱਗੇ ਆ। ਪਹਿਲਾਂ ਜਿਹੜਾ ਤੁਹਾਨੂੰ ਵੀ ਪਤਾ ਬਾਦਲ ਸਾਹਿਬ ਨੇ ਬਹੁਤ ਸਾਰੀਆਂ ਸਰਕਾਰੀ ਪ੍ਰਾਪਰਟੀ ਸੀ ਜਿਹੜੀਆਂ ਗਿਰਵੀ ਰੱਖੀਆਂ ਉਹਨਾਂ ਦੇ ਉੱਤੇ। ਇਹਦਾ ਮਤਲਬ ਕੀ ਹੋਇਆ ਕਿ ਕਰਜ਼ਾ ਤਾਂ ਅੱਜ ਵੀ ਅਸੀਂ ਲੈ ਰਹੇ ਹਾਂ। ਅਸੀਂ ਜਿੰਨੀਆਂ ਸਰਕਾਰੀ ਪ੍ਰਾਪਰਟੀਆਂ ਆ ਉਹਦੇ ਉੱਤੇ ਕਰਜ਼ੇ ਤੇ ਕਰਜ਼ਾ ਲੈ ਰਹੇ ਹਾਂ। ਬਾਅਦ ਦੇ ਵਿੱਚ ਸਾਤੋਂ ਕਰਜ਼ੇ ਦੀ ਕਿਸ਼ਤ ਤਾਰਨੀ ਔਖੀ ਹੋ ਜਾਂਦੀ ਹੈ। ਫਿਰ ਜਦੋਂ ਉਹਦੇ ਚੱਕਰਾਂ ਵਿੱਚ ਪੈਂਦੇ ਆ ਤਾਂ ਅਸੀਂ ਜਿਹੜਾ ਆ ਫਿਰ ਉਦੋਂ ਦੇਣਾ ਔਖਾ ਹੋ ਜਾਂਦਾ, ਤਨਖਾਹਾਂ ਰੁਕ ਜਾਂਦੀਆਂ। ਉਹ ਜਦੋਂ ਮਨਪ੍ਰੀਤ ਬਾਦਲ ਗੱਲ ਕਰਦਾ ਆ ਕਿ ਜਿਹੜਾ ਖਜ਼ਾਨਾ ਖਾਲੀ ਆ, ਨੋ ਡਾਊਟ ਹੈ ਤਾਂ ਖਾਲੀ ਆ। ਖਜ਼ਾਨੇ ਦੇ ਵਿੱਚ ਇਹ ਹੁੰਦਾ ਕਿ ਆਉਣ ਜਾਣਿਆ, ਸਾਡੇ ਕੋਲ ਕੋਈ ਪ੍ਰੋਫਿਟ ਵਾਲਾ ਇਦਾਂ ਦਾ ਸਾਧਨ ਨਹੀਂ ਕਿ ਸਾਡੀ ਜਿਹੜੀ ਆਮਦਨ ਪੋਜ਼ਿਟਿਵ ਹੋ ਜਾਵੇ। ਪਰ ਨਾਲ ਦੀ ਨਾਲ ਇਹ ਵੀ ਜ਼ਰੂਰ ਚਾਹੀਦਾ ਕਿ ਮਨਪ੍ਰੀਤ ਬਾਦਲ ਨੇ ਉਹ ਜਿਹੜੇ ਖਰਚੇ ਘਟਾਉਣ ਲਈ ਕੀ ਕੀਤਾ। ਇਹਨਾਂ ਦੀਆਂ ਗੱਡੀਆਂ ਜਦੋਂ ਇਹਨਾਂ ਨੂੰ ਮਾਰਕ ਹੋ ਕੇ ਆਉਂਦੀਆਂ ਕਿ ਸਾਨੂੰ ਜੀ ਪੁਰਾਣੀਆਂ ਗੱਡੀਆਂ ਜਿਹੜੀਆਂ ਹੁਣ ਪੁਰਾਣੀਆਂ ਹੋ ਗਈਆਂ, ਸਾਨੂੰ ਨਵੀਆਂ ਵਧੀਆ ਗੱਡੀਆਂ ਲੈ ਕੇ ਦਿਓ। ਸਾਨੂੰ ਜਿਹੜੇ 3 ਬਾਡੀਗਾਰਡ ਨਾਲ ਸਾਡਾ ਸਰਦਾ ਨਹੀਂ, ਹੁਣ ਤੁਸੀਂ 5 ਬਾਡੀਗਾਰਡ ਸਾਨੂੰ ਭੇਜੋ। ਸਾਡੀ ਜਿਹੜੀ ਆ ਸੜਕਾਂ ਜਿਹੜੀਆਂ ਸਾਡੇ ਵਾਲੇ ਪਾਸੇ ਦੀਆਂ ਬਣਾ ਦਿਓ, ਜੇ ਚ ਸਾਨੂੰ ਜ਼ਿਆਦਾ ਫਾਇਦਾ ਹੋ ਜਾਵੇ। ਹੁਣ ਇਦਾਂ ਦੀਆਂ ਗੱਲਾਂ ਜਦੋਂ ਆਉਂਦੀਆਂ ਆ ਤੇ ਉਹਦੇ ਵਿੱਚ ਇਹੀ ਹੋ ਜਾਂਦਾ ਕਿ ਕਿਸੇ ਵੀ ਸਰਕਾਰ ਦੇ ਕੋਲ ਜਾਂ ਕਿਸੇ ਵੀ ਪਾਰਟੀ ਦੇ ਕੋਲ ਕੋਈ ਪਲੈਨਿੰਗ ਲੱਗਦੀ ਨਹੀਂ। ਜੇ ਪਲੜੇ ਦੀ ਗੱਲ ਕਰੀਏ, ਇਸ ਵੇਲੇ ਸਭ ਤੋਂ ਜ਼ਿਆਦਾ ਪਲੜਾ ਭਾਰੀ ਅਜੇ ਵੀ ਕਾਂਗਰਸ ਦਾ। ਪਰ ਇਹ ਕਾਂਗਰਸ ਦੇ ਕਾਟੋ ਕਲੇਸ਼ ਨੇ, ਇਹਨਾਂ ਨੂੰ ਮੈਨੂੰ ਲੱਗਦਾ ਵੀ ਆਪ ਹੀ ਡੇਗ ਲੈਣਾ ਆ। ਕਿਉਂਕਿ ਜੇ ਅਸੀਂ ਪਹਿਲਾਂ ਗੱਲ ਕਰ ਲਈਏ, ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇਹ ਕਿਹਾ ਸੀ ਕਿ ਇਹ ਮੇਰੀ ਲਾਸਟ ਇਲੈਕਸ਼ਨ ਹੈ 2017 ਦੇ ਵਿੱਚ। ਹੁਣ ਕਹਿ ਰਹੇ ਆ ਨਹੀਂ ਜੀ ਇੱਕ ਇਲੈਕਸ਼ਨ ਮੈਂ ਹੋਰ ਲੜਨੀ ਆ, ਜਦੋਂ ਕਿਉਂਕਿ ਸਮੱਸਿਆਵਾਂ ਜਿਵੇਂ ਤੋਂ ਹੱਲ ਨਹੀਂ ਹੋਈਆਂ। ਉਹ ਕਾਰਨ ਇਹੀ ਹੈ ਕਿ ਉਹਨਾਂ ਨੇ ਇਹ ਅੰਦਾਜ਼ਾ ਲਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਸਾਡੇ ਕਹਿ ਲਓ ਕਿ ਵਿਰੋਧ ਦੇ ਵਿੱਚ ਹੈ ਨਹੀਂ, ਜਾਂ ਕਹਿ ਲਓ ਕਿ ਜਿਹੜੀ ਸਾਡੀ ਲੜਾਈ ਆ ਉਹਦੇ ਵਿੱਚ ਸਾਡਾ ਪਲੜਾ ਜਿਹੜਾ ਭਾਰਾ ਆ, ਵਿਰੋਧੀ ਧਿਰ ਬਹੁਤ ਕਮਜ਼ੋਰ ਆ। ਉਹਦੇ ਕਰਕੇ ਉਹਨੂੰ ਲੱਗਦਾ ਮੈਂ ਤਾਂ ਈਜ਼ੀਲੀ ਇੱਥੇ ਤੱਕ ਆ ਜਾਣਾ। ਪਰ ਹੁਣ ਜਿਹੜਾ ਆ ਉਹ ਦੂਜੇ ਬੰਦੇ ਵੀ ਤਿਆਰ ਬੈਠੇ ਆ ਵੀ ਅਸੀਂ ਜਿਹੜਾ ਈਜ਼ੀ ਗੋਇੰਗ ਜਾ ਰਿਹਾ ਕਿਉਂ ਨਾ ਅਸੀਂ ਬਣ ਜਾਈਏ।
ਤੁਸੀਂ ਦਲਜੀਤ ਜੀ ਕਹਿੰਦੇ ਕਿ ਪਲੈਨਿੰਗ ਹੈ ਨਹੀਂ ਕਾਂਗਰਸ ਦੀ। ਮੈਨੂੰ ਲੱਗਦਾ ਪਲੈਨਿੰਗ ਕਾਂਗਰਸ ਦੀ ਜਾਂ ਕੈਪਟਨ ਸਾਹਿਬ ਦੀ ਬਹੁਤ ਹੀ ਜ਼ਿਆਦਾ ਸਟਰੋਂਗ ਆ, ਕਿਉਂਕਿ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਘਰ ਘਰ ਨੌਕਰੀ ਦਊਂਗਾ, ਜਿਹੜੇ ਨਵੀਆਂ ਜਿਹੜੇ ਰੁਜ਼ਗਾਰ ਦਊਂਗਾ, ਪਰ ਉਹਨਾਂ ਨੇ ਇਹ ਪੂਰੀ ਗੱਲ ਨਹੀਂ ਦੱਸੀ। ਅੱਧੇ ਵਾਅਦੇ ਅੱਧਾ ਉਹਦਾ ਪੂਰਾ ਕਰਤਾ, ਨੌਕਰੀ ਦੇਤੀ, ਪਰ ਇਹ ਨਹੀਂ ਦੱਸਿਆ ਕਿ ਜਿਹੜੇ ਪੁਰਾਣੇ ਪਟਵਾਰੀ ਸੇਵਾ ਮੁਕਤ ਹੋਏ ਆ ਉਹਨਾਂ ਨੇ ਦੁਬਾਰਾ ਨੌਕਰੀਆਂ ਦਊਂਗਾ। ਤੇ ਮੈਂ ਗੱਲ ਕਰਨੀ ਚਾਹੂੰਗਾ ਕਿਉਂਕਿ ਹੁਣ ਪੁਰਾਣੇ ਜਿਹੜੇ ਪਟਵਾਰੀ ਆ ਉਹਨਾਂ ਨੂੰ ਰੱਖਣ ਦੀ ਗੱਲ ਤੁਰੀ ਆ, ਇਹਦੇ ਬਾਰੇ ਜ਼ਰੂਰ ਥੋੜਾ ਜਿਹਾ ਦੱਸੋ। ਇਹ ਦੇਖੋ ਆ ਤੁਸੀਂ ਪਿਛਲੇ ਦਿਨਾਂ 'ਚ ਬਹੁਤ ਜ਼ਿਆਦਾ ਹੋਇਆ ਕਿ ਜਿਹੜੇ ਪਟਵਾਰੀ ਭਰਤੀ ਕਰਨੇ ਸੀ ਕਿੱਦਾਂ ਲੋਕਾਂ ਦੇ ਵਿੱਚ ਦੌੜ ਲੱਗ ਗਏ ਸੀ ਜੀ। 13 ਕਰੋੜ ਰੁਪਈਆ ਜਾਨੀ ਕਹਿੰਦੇ ਆ ਵੀ 13 ਕਰੋੜ ਰੁਪਈਆ ਤਾਂ ਇਹਨਾਂ ਨੇ ਉਹ ਜਿਹੜੀ ਐਪਲੀਕੇਸ਼ਨ ਫੀਸ ਆ ਉਹਨਾਂ ਤੋਂ ਹੀ ਇਕੱਠਾ ਕੀਤਾ, ਜਾਨੀ ਇੱਕ ਅੰਦਾਜ਼ਾ ਜਿਹਾ ਆਇਆ ਤੋਂ ਜ਼ਿਆਦਾ ਹੋ ਸਕਦਾ ਜੀ, ਅੰਦਾਜ਼ਾ ਜਿਹਾ ਆਇਆ ਕਿ 13 ਕਰੋੜ ਰੁਪਈਆ ਇਹਨਾਂ ਨੇ ਉਹ ਤੋਂ ਇਕੱਠਾ ਕਰ ਲਿਆ। ਪਰ ਹੁਣ ਉਹ ਜਿਹੜੇ ਭਰਤੀ ਕਰਨੇ ਸੀ ਉਹਨਾਂ ਦੀ ਜਗ੍ਹਾ ਦੇ ਉੱਤੇ ਹੁਣ ਇਹ ਕਹਿ ਦਿੱਤਾ ਕਿ 14 ਸਾਲ ਤੋਂ ਜਿਹੜੇ ਘੱਟ ਵਾਲੇ ਆ ਜੀ, ਵੈਸੇ ਤਾਂ ਰਿਟਾਇਰਮੈਂਟ ਜਿਹੜੀ 58 ਸਾਲ 'ਚ ਹੋ ਜਾਂਦੀ ਹੈ ਜੀ, ਇਹ ਕਹਿ ਦਿੱਤਾ ਕਿ 64 ਸਾਲ ਤੋਂ ਜਿਹੜੇ ਥੱਲੇ ਦੇ ਆ ਉਹਨਾਂ ਪਟਵਾਰੀਆਂ ਨੂੰ 1 ਸਾਲ ਹੋਰ ਠੇਕੇ ਦੇ ਉੱਤੇ ਰੱਖ ਲਿਆ ਜਾਵੇ। ਜੀ। ਠੇਕੇ ਦੇ ਉੱਤੇ ਕੀ ਹੁੰਦਾ ਤੁਹਾਨੂੰ ਵੀ ਪਤਾ ਆ ਕਿ ਘੱਟ ਸੈਲਰੀ ਦੇ ਉੱਤੇ ਕੰਮ ਕਰਵਾਇਆ ਜਾਵੇ ਤਜਰਬੇਕਾਰ ਲੋਕਾਂ ਦੇ ਕੋਲੋਂ। ਹੁਣ ਜਿਹੜਾ ਬੰਦਾ ਨਵਾਂ ਭਰਤੀ ਹੋਣਾ ਪਹਿਲਾਂ ਤੁਹਾਨੂੰ ਕੰਮ ਸਿਖਾਉਣਾ ਪੈਣਾ। ਤੁਸੀਂ ਦੇਖੋ ਕਿ ਕੋਈ 4800 ਦੇ ਕਰੀਬ ਪਟਵਾਰ ਸਰਕਲ ਆ ਸਾਰੇ ਪੰਜਾਬ ਦੇ ਵਿੱਚ, ਉਹਨਾਂ ਸਾਰਿਆਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਉਹਦੇ ਵਿੱਚ 2700 ਜਾਂ 2800 ਜਿਹੜੇ ਪਟਵਾਰੀ ਆ ਉਹ ਕੰਮ ਕਰਦੇ ਆ, ਬਾਕੀ ਸਾਰੀਆਂ ਪੋਸਟਾਂ ਜਿਹੜੀਆਂ ਖਾਲੀ ਆ। ਹੁਣ ਉਹ ਪੋਸਟਾਂ ਜਿਹੜੀਆਂ ਪੂਰੀਆਂ ਕਰਨ ਦੇ ਲਈ ਉਹਨਾਂ ਪਟਵਾਰੀਆਂ ਤੋਂ ਜ਼ਿਆਦਾ ਕੰਮ ਲਿਆ ਜਾਂਦਾ। ਇੱਕ ਪਟਵਾਰੀ ਨੂੰ 2-2 3-3 ਇਦਾਂ ਜਿਹੜੇ ਆ ਦੂਜਿਆਂ ਦੇ ਕੰਮ ਜਿਹੜੇ 2-2 3-3 ਪਟਵਾਰੀਆਂ ਦੇ ਕੰਮ ਕਰਾ ਰਹੇ ਆ ਪਟਵਾਰੀ। ਤੇ ਈਵਨ ਇੱਥੇ ਤੱਕ ਵੀ ਆ ਕਿ ਪਟਵਾਰੀਆਂ ਨੇ ਅੱਗੇ ਆਪਣਾ ਕੋਈ ਇੱਕ ਨਿੱਜੀ ਰੱਖਿਆ ਆ, ਉਹਨੂੰ ਤਨਖਾਹ ਆਪਣੇ ਕੋਲੋਂ ਦਿੰਦਾ ਕੰਮ ਕਰਵਾਉਣ ਦੇ ਲਈ, ਕਿਉਂਕਿ ਇਕੱਲੇ ਤੋਂ ਕੰਮ ਹੀ ਨਹੀਂ ਹੋ ਰਿਹਾ। ਇੰਨਾ ਜ਼ਿਆਦਾ ਉਹਨਾਂ ਦੇ ਉੱਤੇ ਬੋਝ ਪੈ ਰਿਹਾ। ਉਹ ਵਿਚਾਰੇ ਬਾਰ-ਬਾਰ ਕਹਿੰਦੇ ਆ, ਪਹਿਲਾਂ ਤਾਂ ਜਾਣੀ ਇਹ ਕਿਹਾ ਜਾਂਦਾ ਸੀ ਕਿ ਬੜਾ ਮੁਨਾਫੇ ਦਾ ਕੰਮ ਹੈ ਪਟਵਾਰੀਆਂ ਦਾ, ਪਰ ਇਸ ਵੇਲੇ ਜਿਸ ਤਰੀਕੇ ਦੇ ਨਾਲ ਕੰਮ ਉਹਨਾਂ ਤੋਂ ਲਿਆ ਜਾ ਰਿਹਾ, ਬੜੇ ਵਿਚਾਰੇ ਬਣੇ ਹੋਏ ਆ ਪਟਵਾਰੀ। ਦੂਜੇ ਪਾਸੇ ਇੰਨਾ ਜ਼ਿਆਦਾ ਸਰਕਾਰਾਂ ਨੇ ਇਹ ਕਰ ਰਹੇ ਆ, ਉਹਦੇ ਨਾਲ ਬੇਰੁਜ਼ਗਾਰਾਂ ਦੀ ਵੀ ਇੱਕ ਫੌਜ ਜਿਹੜੀ ਆ ਉਹ ਵੱਡੇ ਲੈਵਲ ਤੇ ਖੜੀ ਹੋ ਰਹੀ ਆ। ਵੈਸੇ ਅਗਲੇ ਮਹੀਨੇ ਇਹਨਾਂ ਨੇ ਕਹਿ ਦਿੱਤਾ ਕਿ ਇੱਕ ਰੋਜ਼ਗਾਰ ਮੇਲਾ ਲਾਉਣ ਜਾ ਰਹੇ ਆ ਸਤੰਬਰ ਮਹੀਨੇ ਦੇ ਵਿੱਚ। ਇੱਕ ਹਫ਼ਤੇ ਦੇ ਵਿੱਚ 2.5 ਲੱਖ ਜੌਬਸ ਇਹਨਾਂ ਨੇ ਦੇਣੀਆਂ। ਇਹ ਵੀ ਇੱਕ ਅਸੰਭਵ ਜਿਹੀ ਗੱਲ ਲੱਗਦੀ ਆ ਕਿ ਇੱਕ ਹਫ਼ਤੇ ਦੇ ਵਿੱਚ ਤੁਸੀਂ 4.5 ਸਾਲਾਂ ਵਿੱਚ ਤੁਸੀਂ ਕੁਛ ਕਰ ਨਹੀਂ ਪਾ ਰਹੇ। ਹੁਣ ਤੁਸੀਂ ਇੱਕ ਹਫ਼ਤੇ ਦੇ ਵਿੱਚ 2.5 ਲੱਖ ਜੌਬ ਦੇਣੀ ਹੈ ਇੱਕ ਹਫ਼ਤੇ 'ਚ, ਉਹਦੇ ਵਿੱਚ ਸਾਰੀ ਤੁਸੀਂ ਬਿਊਰੋਕ੍ਰੇਸੀ ਲਾ ਦਿਓ। ਤੁਸੀਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ 2.5 ਲੱਖ ਜੌਬ ਕਿੱਦਾਂ ਦੇ ਦੇਣਗੇ। ਇਹਨੇ ਸਮਝ ਕਿਉਂ ਨਹੀਂ ਲੱਗਦੀ ਦਲਜੀਤ ਜੀ? ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜੇ ਮੋਦੀ ਸਾਹਿਬ ਹੁਣਾਂ ਦਾ ਵੀ ਬਿਆਨ ਆਇਆ ਸੀ ਕਿ ਜਿਹੜੇ ਅਸੀਂ ਰੋਜ਼ਗਾਰ ਪੈਦਾ ਕੀਤੇ ਆ, ਉਹ ਪੁੱਛਿਆ ਗਿਆ ਕਿੱਦਾਂ ਉਹ ਜਿਹੜੇ ਪਕੌੜੇ ਕੱਢਦੇ ਜਾਂ ਪਕੌੜਿਆਂ ਵਾਲੀ ਦੁਕਾਨਾਂ, ਇਦਾਂ ਦੀ 2.5 ਲੱਖ ਨੌਕਰੀ ਮੇਰੇ ਕੋਲ ਕੈਪਟਨ ਸਾਹਿਬ ਗਿਣਦੇ ਹੋਣੇ। ਦੇਣੀਆਂ ਤਾਂ ਇਦਾਂ ਦੀਆਂ, ਕਿਉਂਕਿ ਹੁਣ ਜਿਹੜੇ ਪਟਵਾਰੀ ਆ ਉਹ ਤਾਂ ਉਹਨਾਂ ਨੂੰ ਹੀ ਦੇਈ ਜਾਂਦੇ ਆ, ਉਹਨਾਂ ਨੂੰ ਹੀ ਵਧਾਈ ਜਾਂਦੇ ਆ। ਪੁਲਿਸ ਦੇ ਵਿੱਚ ਵੀ ਇਹੋ ਹੀ ਹੋ ਰਿਹਾ, ਸਰਕਾਰੀ ਟੀਚਰਸ ਦੇ ਨਾਲ ਵੀ ਇਹੀ ਹੋ ਰਿਹਾ ਕਿ ਅੱਗੇ ਉਹਨਾਂ ਨੂੰ ਟਰਮ ਵਧਾਈ ਜਾ ਰਹੀ ਆ ਜਾਂ ਪੋਸਟਾਂ ਜਿਹੜੀਆਂ ਖਤਮ ਕੀਤੀਆਂ ਜਾ ਰਹੀਆਂ। ਉਹ ਖਤਮ ਕਰਨ ਦਾ ਇਹੀ ਆ ਕਿ ਨਿੱਜੀਕਰਨ ਨੂੰ ਜ਼ਿਆਦਾ ਵਧਿਆ ਜਾਵੇ। ਸਰਕਾਰ ਆਪਣਾ ਜਿਹੜਾ ਪੱਲੜਾ ਆ ਖਿੱਚਣਾ ਚਾਹੁੰਦੀ ਆ, ਹੈਲਥ ਡਿਪਾਰਟਮੈਂਟ ਵੱਲੋਂ ਵੀ, ਐਜੂਕੇਸ਼ਨ ਦੇ ਵੱਲੋਂ ਵੀ, ਕਿ ਅਸੀਂ ਆਪਣੇ ਜਿਹੜੇ ਇਹ ਘੱਟ ਤੋਂ ਘੱਟ ਕਰ ਦਈਏ। ਲੋਕਾਂ ਦਾ ਇਹਨਾਂ ਗੱਲਾਂ ਦੇ ਉੱਤੇ ਵਿਸ਼ਵਾਸ ਜਿਹੜਾ ਆ ਖਤਮ ਹੋ ਜਾਵੇ, ਲੋਕੀ ਪ੍ਰਾਈਵੇਟ ਜਾਣ ਤੇ ਉੱਤੇ ਗੱਜ ਜਾਣ ਤੇ ਲਾਸਟ ਦੇ ਵਿੱਚ ਅਸੀਂ ਆਪਣਾ ਜਿਹੜਾ ਆ ਪੱਲੜਾ ਖਿੱਚ ਲਈਏ, ਸਾਡੇ ਖਰਚੇ ਘਟ ਜਾਣ। ਬਿਲਕੁਲ। ਇੱਥੇ ਅਵਤਾਰ ਬਾਂਸਲ ਹੁਣਾਂ ਦੀ ਟਿੱਪਣੀ ਆਈ ਹੈ ਦਲਜੀਤ ਜੀ, ਉਹ ਕਹਿੰਦੇ ਕਿ ਪੰਜਾਬ ਪੋਲਿਟਿਕਸ ਦੇ ਜਿਹੜੇ ਉਹਨਾਂ ਨੂੰ ਵੇਖੀਏ ਤਾਂ ਐਂ ਲੱਗਦਾ ਜਿੱਦਾਂ ਤੁਸੀਂ ਕੋਈ ਕਮੇਡੀ ਸ਼ੋਅ ਵੇਖ ਰਹੇ ਆ, ਕਿਉਂਕਿ ਉਹ ਇਦਾਂ ਦੇ ਗੱਲਾਂ ਕਰਦੇ ਜਿਨ੍ਹਾਂ ਨੂੰ ਸੁਣ ਕੇ ਹਾਸਾ ਆਉਂਦਾ। ਇਦਾਂ ਦੇ ਫੇਕ ਗੱਲ ਇਹਨਾਂ ਦੀ 100% ਸਹੀ ਆ। ਹੁਣ ਤੁਸੀਂ ਸੁਖਬੀਰ ਬਾਦਲ ਦੀ ਗੱਲ ਕਰ ਲਓ, ਹੁਣ ਆ ਪਰਸੋਂ ਜੇ ਉਹਨਾਂ ਦਾ ਬਿਆਨ ਆ, ਪਹਿਲਾਂ ਦੀਆਂ ਤੁਸੀਂ ਗੱਲਾਂ ਛੱਡੋ, ਬਹੁਤ ਆਏ ਆ ਵੀ ਬੰਬ ਸਿੱਟਣੇ ਆ, ਅਸੀਂ ਸੜਕਾਂ ਨਹੀਂ ਟੁੱਟਣੀਆਂ। ਹੁਣ ਆ ਪਿੱਛੇ ਜਿਹਾ ਬਿਆਨ ਉਹਨਾਂ ਦਾ ਇੱਕ ਆਇਆ ਸੀ ਕਿ ਅਸੀਂ ਜਿਹੜਾ ਜੇ ਤੁਹਾਡੇ ਕੋਲ ਆਰਸੀ ਹੈ ਨਹੀਂ, ਮੋਟਰਸਾਈਕਲ ਤੇ ਜਾਂਦੇ ਆ, ਸਾਡੇ ਹੁੰਦੇ ਸਾਡੇ ਰਾਜ ਕੋਈ ਪ੍ਰਵਾਹ ਥੋੜੀ ਸੀ, ਰੋਕਦਾ ਥੋੜੀ ਸੀ। ਫਿਰ ਇੱਕ ਵਾਰੀ ਇਹਨਾਂ ਨੇ ਕਹਿਤਾ ਬਿਜਲੀ ਦੀਆਂ ਕੁੰਡੀਆਂ ਕਿੰਨੀਆਂ ਲਾਉਂਦੇ ਸੀ ਤੁਸੀਂ। ਇਹਦਾ ਮਤਲਬ ਕਿ ਤੁਸੀਂ ਲੋਕਾਂ ਨੂੰ ਪੁੱਠੇ ਕੰਮ ਸਿਖਾਉਂਦੇ ਆ, ਲੋਕਾਂ ਨੂੰ ਪੁੱਠੀਆਂ ਗੱਲਾਂ ਤੁਸੀਂ ਦੱਸਦੇ ਆ, ਉਹ ਲੋਕੀ ਫਿਰ ਮੋਰੇ ਹੱਸਦੇ ਆ। ਕਈ ਵਾਰੀ ਜਿਹੜਾ ਇੱਕ ਵਾਰੀ ਤਾਂ ਇਹੀ ਆ ਵੀ ਕਹਿਣਾ ਤਾਂ ਕਾਂਗਰਸ ਦੀ, ਦੋਸ਼ ਲਾਉਣੇ ਸੀ ਕਾਂਗਰਸ ਤੇ, ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਜਿਹੜੇ ਦੋਸ਼ ਆ ਉਹ ਲਾਈ ਗਏ। ਇਦੋਂ ਵੱਡੀ ਕਮੇਡੀ ਕੀ ਹੋ ਸਕਦੀ ਆ। ਉਧਰੋਂ ਇਹਦਾ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਓ, ਇਹਨਾਂ ਦਾ 2 ਹਫ਼ਤੇ ਪਹਿਲਾਂ ਬਿਆਨ ਸੀ ਕਿ ਜਿਹੜਾ ਮੈਂ ਸੁਖਬੀਰ ਬਾਦਲ ਦੇ ਜਿਹੜੇ ਹੋਟਲ ਆ ਉਹਨਾਂ ਨੂੰ ਸਰਕਾਰੀ ਸਕੂਲ ਬਣਾ ਦੇਣਾ। ਤੁਸੀਂ ਦੇਖੋ ਕਿਸੇ ਨੇ ਕੋਈ ਰਜਿਸਟਰੀ ਕਰਵਾਈ ਆ, ਕਿਸੇ ਦਾ ਆਪਣਾ ਆ, ਭਾਵੇਂ ਸੁਖਬੀਰ ਬਾਦਲ ਹੈ ਚਾਹੇ ਕੋਈ ਹੋਰ ਆ, ਤੁਸੀਂ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਸਰਕਾਰੀ ਸਕੂਲ ਕਿੱਦਾਂ ਖੋਲ ਦੋਗੇ ਉਹਦੀ ਪਰਮਿਸ਼ਨ ਤੋਂ ਬਿਨਾਂ? ਮੈਂ ਇਹਦੀਆਂ ਬੱਸਾਂ ਬੰਦ ਕਰਵਾ ਦੂੰ। ਆਹੀ ਗੱਲਾਂ ਜਿਹੜੀਆਂ ਪਹਿਲਾਂ ਕਿਹਾ ਜਾਂਦੀਆਂ ਸੀ ਉਹ ਅਜੇ ਤੱਕ ਤਾਂ ਹੋਈਆਂ ਨਹੀਂ।
ਬਿਲਕੁਲ ਉਸੇ ਤਰ੍ਹਾਂ ਆਰਬਿਟ ਚੱਲ ਰਹੀ ਰੌਲਾ ਆ। ਉਹੀ ਹੈ ਦਲਜੀਤ ਜੀ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ, ਚਾਹੇ ਪੋਲਿਟਿਕਸ, ਚਾਹੇ ਸਾਡੇ ਰਾਜਨੇਤਾ, ਚਾਹੇ ਕਾਂਗਰਸ ਦੇ ਆ, ਚਾਹੇ ਸ਼੍ਰੋਮਣੀ ਅਕਾਲੀ ਦਲ, ਚਾਹੇ ਆਮ ਆਦਮੀ ਪਾਰਟੀ, ਕੋਈ ਵੀ ਪਾਰਟੀ ਦੀ ਗੱਲ ਕਰ ਲਈਏ, ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਹੁੰਦੀ। ਗੱਲ ਇਹ ਹੁੰਦੀ ਆ ਕਿ ਮੈਂ ਉਹਨੂੰ ਐ ਕਰ ਦੂੰ, ਉਹਦੇ ਆਹ ਕਰੀ ਜਾਂਦੇ, ਇੱਕ ਦੂਸਰੇ ਤੇ ਇਲਜ਼ਾਮਬਾਜ਼ੀ ਹੁੰਦੀ ਆ। ਬਿਲਕੁਲ ਕਮੇਡੀ ਸ਼ੋਅ ਵਾਲਾ ਕੰਮ ਹੁੰਦਾ। ਕਮੇਡੀ ਸ਼ੋਅ ਉਹਦੇ ਵਿੱਚ ਸਾਡੇ ਲੋਕਾਂ ਦਾ ਵੀ ਕਸੂਰ ਆ, ਸਾਡੇ ਲੋਕ ਇਹ ਲਾਈਕ ਕਰਦੇ ਆ ਜੀ। ਹੁਣ ਤੁਸੀਂ ਦੇਖੋ ਕਿ ਅਸੀਂ ਇੱਥੇ ਆਹ ਗੱਲਾਂ ਕਰਦੇ ਆ, ਲੋਕ ਸਾਡੇ ਪੰਜਾਬ ਦਿਆਂ ਨੂੰ ਸੁਣਨੀਆਂ ਚੰਗੀਆਂ ਨਹੀਂ ਲੱਗਣੀਆਂ ਜੀ, ਕਿਉਂਕਿ ਅਸੀਂ ਇਹ ਰਿਐਲਿਟੀ ਦੀਆਂ ਗੱਲਾਂ ਕਰਦੇ ਆ ਜੀ। ਇਹਦੀ ਬਜਾਏ ਅਸੀਂ ਜਿਹੜਾ ਹੁਣ ਭਾਬੀ ਚੁੰਮਿਆਂ ਵਾਲੀ ਦੀ ਗੱਲ ਕਰਨੀ ਸ਼ੁਰੂ ਕਰ ਦਈਏ, ਉਹਦਾ ਕੋਈ ਹੈਡਿੰਗ ਪਾ ਦਈਏ, ਤੁਸੀਂ ਦੇਖ ਲਓ ਵੀ ਇਹਦੇ ਵਿੱਚ ਹਜ਼ਾਰਾਂ ਦੇ ਵਿੱਚ ਵਿਊ ਹੋ ਜਾਣੇ ਜੀ। ਉਹਦਾ ਕਾਰਨ ਕੀ ਆ ਕਿ ਸਾਡੀ ਜਿਹੜੀ ਨੈਤਿਕਤਾ ਆ ਉਹ ਡਿੱਗ ਗਈ ਆ ਜੀ। ਸਾਡੇ ਜਿਹੜੀਆਂ ਪ੍ਰਾਇੋਰਟੀਜ਼ ਆ ਉਹ ਵੱਖਰੀਆਂ ਹੋ ਗਈਆਂ ਜੀ। ਹੁਣ ਇਸੇ ਕਰਕੇ ਆ ਕਿ ਸਾਨੂੰ ਜਿਹੜੇ ਸਿੰਗਰ ਆ, ਹੁਣ ਤੁਸੀਂ ਦੇਖੋ ਵੀ ਸਤਵਿੰਦਰ ਬਿੱਟੀ ਆ, ਉਹਨੂੰ ਕਾਂਗਰਸ ਸਰਕਾਰ ਜਿਹੜੀ ਦਿੰਦੀ ਆ ਟਿਕਟ, ਉਹਦਾ ਕਿੱਡਾ ਕੁ ਵੱਡਾ ਯੋਗਦਾਨ ਆ। ਭਗਵੰਤ ਮਾਨ ਦੀ ਵੀ ਆਪਾਂ ਗੱਲ ਕਰ ਲਈਏ ਕਿ ਉਹਦਾ ਕਿੱਡਾ, ਕਿਉਂਕਿ ਇਹ ਤਾਂ ਕਾਨੂੰਨ ਬਣਾਉਣੇ ਆ ਜੀ। ਕਾਨੂੰਨਾਂ ਦੀ ਜਿਹੜੀ ਮੁਹਾਰਤ ਆ ਉਹ ਤਾਂ ਜਾਂ ਤਾਂ LLB ਚ ਘੱਟੋ ਘੱਟ ਬੰਦਾ ਹੋਵੇ ਜਿਹੜਾ ਕਿ ਬੰਦਾ ਜਾਣਕਾਰੀ ਰੱਖਦਾ ਹੋਵੇ ਕਾਨੂੰਨ ਦੀ, ਜਿਹੜਾ ਬਿਜ਼ਨਸ ਦੀ ਜਾਣਕਾਰੀ ਰੱਖਦਾ ਹੋਵੇ, ਪ੍ਰਸ਼ਾਸਨ ਦੀ ਰਾਜਨੀਤੀ ਦੀ ਕੋਈ MA ਕੀਤੀ ਹੋਵੇ, ਪ੍ਰਸ਼ਾਸਨ ਦੀ ਕੀਤੀ ਹੋਵੇ, ਪ੍ਰਸ਼ਾਸਨਿਕ ਸੁਧਾਰਾਂ ਦੀ ਕੀਤੀ ਹੋਵੇ, ਚਾਹੇ ਮੋਦੀ ਸਾਹਿਬ ਵਰਗੀਆਂ ਡਿਗਰੀ ਹੁਣ ਜਿਹੜੀਆਂ ਰੋਜ਼ ਬਦਲ ਜਾਂਦੀਆਂ। ਜ਼ਿਆਦਾਤਰ ਇਦਾਂ ਹੀ ਆ ਬੰਦੇ। ਹੁਣ ਤੁਸੀਂ ਕੱਢ ਕੇ ਦੇਖ ਲਓ ਪੰਜਾਬ ਦੇ MLA MP ਦੀ, ਤੁਸੀਂ ਕੱਢ ਕੇ ਦੇਖ ਲਓ ਕਿ ਤੁਸੀਂ ਇਹ ਕਿਹੜੇ, ਜੇ ਇਹਨਾਂ ਦਾ ਤੁਸੀਂ ਐਕਸਪੀਰੀਅੰਸ ਦੇਖੋਗੇ, ਮੁਹੰਮਦ ਸਦੀਕ ਦਾ ਐਕਸਪੀਰੀਅੰਸ ਕੀ ਹੈ ਜੀ ਕਾਨੂੰਨ ਦੇ ਮਾਮਲੇ ਦੇ ਵਿੱਚ ਜੀ। ਉਸ ਬੰਦੇ ਨੂੰ ਤਾਂ 3 ਕਾਨੂੰਨ ਤੁਸੀਂ ਸਾਰੀ ਦਿਹਾੜੀ ਘੋਟਾ ਲਵਾਈ ਚਲੋ ਜੀ, ਕਿ 3 ਕਾਨੂੰਨ ਉਹ ਗੀਤ ਤਾਂ ਚੇਤੇ ਕਰ ਲਓ, 3 ਕਾਨੂੰਨਾਂ ਦੇ ਸ਼ਾਮ ਤੱਕ ਨਾਂ ਨਹੀਂ ਚੇਤੇ ਹੋਣੇ ਜੀ। ਉਹ ਜਿਹੜੇ ਲੋਕ ਆ ਉੱਥੇ ਬਹਿਸ ਕਿੱਦਾਂ ਕਰਨਗੇ? ਇਹੀ ਕਾਰਨ ਹੈ ਕਿ ਸਾਡੇ ਜਿਹੜੇ ਲੋਕ ਆ ਇਸ ਗੱਲ ਤੇ, ਉਹ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਗੁਰਦਾਸ ਮਾਨ ਹੋਣਾ ਦੇ ਸਾਹਿਬ ਤੋਂ, ਕਿ ਜਿਹੜੇ ਉਸਤਾਦ ਜੀ ਸਾਡੇ ਬਣ ਜਾਂਦੇ ਆ ਜੀ, ਜਿਹੜੇ ਕਲਾਕਾਰ ਆ, ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਜੇ ਇਹ ਬੰਦਾ ਗਾਉਂਦਾ ਬਹੁਤ ਵਧੀਆ, ਇਹ ਨੇਤਾ ਵੀ ਸਾਡਾ ਵਧੀਆ ਹੀ ਹੋਊਗਾ। ਇਦਾਂ ਨਹੀਂ ਹੁੰਦੀ। ਹਰ ਕੋਈ ਬੰਦਾ ਜਿਹੜਾ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਸਪੋਰਟਸਮੈਨ ਆ ਬਹੁਤ ਵਧੀਆ, ਸਚਿਨ ਤੈਂਦੁਲਕਰ ਕਿਤੇ ਛੋਟਾ ਮੋਟਾ ਨਾਂ ਆ, ਬਹੁਤ ਵੱਡਾ ਨਾਂ ਆ, ਪਰ ਜਦੋਂ ਜੇ MP ਦੇ ਤੌਰ ਦੇ ਉੱਤੇ ਉਹਨੂੰ ਦੇਖੀ, ਰਾਜ ਸਭਾ ਦਾ MP ਰਿਹਾ, ਉਹਦੇ ਵਿੱਚ ਉਹਦੀ ਕਾਰਗੁਜ਼ਾਰੀ ਕੀ ਆ ਜੀ। ਰੇਖਾ ਆ, ਰੇਖਾ ਕਿੱਡੀ ਮਸ਼ਹੂਰ ਹਸਤੀ ਰਹੀ ਆ ਜੀ, ਕਿੱਡੀ ਵਧੀਆ ਹੀਰੋਇਨ, ਕਿੱਡੀ ਵੱਡੀ ਐਕਟਿੰਗ ਰਹੀ ਆ ਉਹਦੀ ਜੀ, ਤੇ ਰਾਜ ਸਭਾ ਦੀ ਉਹ ਵੀ ਮੈਂਬਰ ਰਹੀ ਆ, ਉਹਦੀ ਕਿੱਡੀ ਕੁ ਵੱਡੀ ਉਹਦੀ ਉੱਥੇ ਜੋ ਕੀ ਕਰ ਦਿੱਤਾ ਉਹਨੇ ਐਕਟਰਾਂ ਦੇ ਲਈ, ਕੀ ਕਰ ਦਿੱਤਾ। ਮੁਹੰਮਦ ਸਦੀਕ ਉੱਥੇ ਬੈਠਾ, ਦੂਜਾ ਹੰਸਰਾਜ ਹੰਸ ਬੈਠਾ, ਆ ਕਲਾਕਾਰ ਜਿਹੜੇ ਇਸ ਵੇਲੇ ਭੁੱਖੇ ਮਰ ਰਹੇ ਆ ਪੰਜਾਬ ਦੇ ਵਿੱਚ ਸਾਰੇ ਇੰਡੀਆ ਤਾਂ। ਦਲਜੀਤ ਜੀ ਉਹ ਜਦੋਂ ਜਾਂਦੇ ਅਸੈਂਬਲੀ 'ਚ ਗਾਣੇ ਸੁਣਾਉਂਦੇ, ਹੋਰ ਤੁਹਾਨੂੰ ਕੀ ਚਾਹੀਦਾ? ਨਹੀਂ ਵੀ ਉਹੀ ਗੱਲ ਹੈ ਨਾ, ਕਿਉਂਕਿ ਲੋਕ ਜਿਹੜੇ ਲਾਈਕ ਕਰਦੇ ਜੀ। ਹੁਣ ਇਹ ਜੇ ਆਪਾਂ ਗੱਲ ਸਾਰੀ ਸੈੱਟ ਦਈਏ ਵੀ ਇਹ ਜਿਹੜੇ ਸਾਡੇ ਨੇਤਾ ਆ ਇਹੀ ਨਿਕੰਮੇ ਆ, ਉਦਾਂ ਪੈਸੇ ਲਾ ਕੇ ਸ਼ੋਅ ਵੇਖਣ ਜਾਣਾ ਪੈਂਦਾ, ਉੱਥੇ ਤੁਹਾਨੂੰ ਲਾਈਵ ਚੱਲਦਾ ਦਿਸਦਾ ਆ। ਬਿਲਕੁਲ। ਤੇ ਜੇ ਅਸੀਂ ਉਹੀ ਗੱਲਾਂ, ਹੁਣ ਜਗਵੀਰ ਬਰਾੜ ਵਰਗੇ ਜਿਹੜੇ ਲੋਕ ਸੀਗੇ ਜਾਂ ਵੀਰ ਦਵਿੰਦਰ ਸਿੰਘ ਵਰਗੇ ਸੀ, ਉਹ ਲੋਕਾਂ ਦੀ ਹਜਮ ਨਹੀਂ ਸੀ ਗੱਲਾਂ ਹੁੰਦੀਆਂ ਜੀ। ਉਹ ਫੇਰ ਇਸੇ ਕਰਕੇ ਉਹ ਕਹਿੰਦੇ ਯਾਰ ਅਸੀਂ ਵੀ ਚੁਟਕਲੇ ਸੁਣਾ ਦਿੰਦੇ ਆ। ਹੁਣ ਸੁਖਬੀਰ ਬਾਦਲ, ਜੇ ਅਸੀਂ ਉਹ ਤੋਂ ਉਮੀਦ ਇਹ ਰੱਖਾਂਗੇ, ਜੇ ਉਹ ਹੁਣ ਗੱਲ ਕਰੂੰਗਾ ਕਿ ਅੱਜ ਜਿਹੜੀਆਂ ਪ੍ਰਾਪਰਟੀਜ਼ ਐ ਮੋਦੀ ਹੁਣਾਂ ਨੇ ਕਹਿਤਾ ਕਿ ਲੀਜ਼ ਦੇ ਉੱਤੇ ਦੇਣੀਆਂ ਜੀ। ਹੁਣ ਇਸ ਵੇਲੇ ਆ ਜੇ ਕੱਲ ਪਰਸੋਂ ਦੀ ਆਪਾਂ ਗੱਲ ਕਰ ਲਈਏ, ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਲੀਜ਼ ਦੇ ਉੱਤੇ ਅਸੀਂ ਪ੍ਰਾਪਰਟੀਜ਼ ਦੇਣ ਲੱਗੇ ਆ। 90 ਦੇ ਕਰੀਬ ਜਿਹੜੀਆਂ ਰੇਲਵੇ ਦੀਆਂ ਰੇਲ ਗੱਡੀਆਂ ਆ ਉਹ ਅਸੀਂ ਲੀਜ਼ ਤੇ ਪ੍ਰਾਈਵੇਟ ਕਰਨ ਲੱਗੇ ਆ। ਇਹ ਮੈਂ ਜਾਣਾ ਹੀ ਸੀਗਾ ਮੋਦੀ ਸਾਹਿਬ ਵੱਲ, ਤੁਸੀਂ ਪੜ੍ਹਾਈ ਲਿਖਾਈ ਦੀ ਗੱਲ ਕਰਕੇ ਤੇ ਨਹੀਂ ਜਿਆਦਾ ਪੜ੍ਹੇ ਲਿਖੇ ਨੇਤਾ ਵੱਲ ਚਲੇ ਗਏ। ਮੈਂ ਉਹੀ ਗੱਲ ਦੱਸਣ ਲੱਗਾ ਕਿ ਸਾਡੀ ਪ੍ਰਾਇੋਰਟੀਜ਼ ਕਿੱਧਰ ਆ। ਦੇਖੋ ਕਿੱਡਾ ਵੱਡਾ ਅੱਜ ਦੀ ਜਿਹੜੀ ਮੇਖੋ ਨਿਊਜ਼ ਸਾਡੀ ਇਹ ਹੋਣੀ ਚਾਹੀਦੀ ਸੀ ਕਿ 900 ਦੇ ਕਰੀਬ ਸਾਡੇ ਜਿਹੜੇ 90 ਦੇ ਕਰੀਬ ਸਾਡੀਆਂ ਪੈਸੇਂਜਰ ਗੱਡੀਆਂ ਲੀਜ਼ ਤੇ ਦੇਣ ਲੱਗੇ ਪ੍ਰਾਈਵੇਟ ਹੱਥਾਂ ਦੇ ਵਿੱਚ। 400 ਦੇ ਕਰੀਬ ਜਿਹੜੇ ਆ ਇਹ ਜਿਹੜੇ ਰੇਲਵੇ ਸਟੇਸ਼ਨ ਆ ਉਹ ਦੇਣ ਲੱਗੇ ਆ। ਫਿਰ 25000 ਤੋਂ ਉੱਤੇ ਕਿਲੋਮੀਟਰ ਦੀਆਂ ਸੜਕਾਂ ਉਹ ਵੀ ਲੀਜ਼ ਦੇ ਉੱਤੇ ਦੇਣ ਲੱਗੇ ਆ। ਗੈਸ ਪਾਈਪਲਾਈਨ ਕਈ ਹਜ਼ਾਰਾਂ ਕਿਲੋਮੀਟਰ ਦੀ ਇਹ ਜਿਹੜੇ ਲੀਜ਼ ਦੇ ਉੱਤੇ ਦੇਣ ਲੱਗੇ ਆ। ਫਾਈਬਰਿਕ ਲਾਈਨਸ ਜਿਹੜੀਆਂ ਆ ਉਹਨੂੰ ਲੀਜ਼ ਦੇ ਉੱਤੇ ਦੇਣ ਲੱਗੇ ਆ। 에ਅਰਪੋਰਟ ਤਾਂ ਪਹਿਲਾਂ ਇਹਨਾਂ ਲੀਜ਼ ਤੇ ਦਿੱਤੇ ਆ, ਜਿਹੜੇ ਬਚੇ ਆ ਉਹ ਵੀ ਲੀਜ਼ ਤੇ ਦੇਣ ਲਈ ਇਹਨਾਂ ਨੇ ਕਹਿਤਾ। ਇਹਨਾਂ ਨੇ ਕਿਹਾ ਜੀ ਅਸੀਂ ਲੱਖਾਂ ਕਰੋੜ ਰੁਪਈਆ ਲੀਜ਼ ਤੋਂ ਲੈ ਸਕਦੇ ਜੀ। ਲੋਕਾਂ ਨੂੰ ਬਹੁਤ ਇਹ ਵਧੀਆ ਲੱਗਣਾ ਕਿ ਲੱਖਾਂ ਕਰੋੜ ਰੁਪਈਆ ਮੋਦੀ ਸਰਕਾਰ ਇਹ ਸਾਰਾ ਕੁਝ ਕਰਨ ਦੀ ਜਗ੍ਹਾ ਤੇ ਜੇ ਮੇਰੇ ਖਿਆਲ ਪ੍ਰਧਾਨ ਮੰਤਰੀ ਦੀ ਕੁਰਸੀ ਲੀਜ਼ ਤੇ ਦੇ ਦੇਣ, ਉਹ ਜ਼ਿਆਦਾ ਨਹੀਂ ਫਾਇਦਾ ਹੋਊਗਾ ਭਾਰਤ ਲਈ ਲੀਜ਼ ਤੇ। ਪਰ ਬੰਦਾ ਕਿਹੜਾ ਬਿਠਾਈਏ ਜੀ। ਪਾਲਿਸੀਜ਼ ਤਾਂ ਜਿਹੜੀਆਂ ਬਿਊਰੋਕਰੇਟ ਜਿਹੜੇ ਆ ਉਹੀ ਕਰਦੇ ਆ। ਜੇ ਅਸੀਂ ਕਹਿ ਦਈਏ ਕਿ ਰਾਹੁਲ ਗਾਂਧੀ ਬਣ ਜਾਊਗਾ ਫੇਰ ਉਹਨੇ ਬਹੁਤ ਵਧੀਆ ਕੰਮ ਕਰਨਾ। ਹੁਣ ਆਪਾਂ ਪਹਿਲਾਂ ਗੱਲ ਕਰਦੇ ਆ ਗੈਸਟ ਹਾਊਸ ਜਿਹੜੇ ਆ ਇਹ ਵੀ ਤਾਂ ਲੀਜ਼ ਦੇ ਉੱਤੇ ਦੇਣ ਲੱਗੇ ਆ ਜੀ। ਜਿਹੜੇ ਪੰਜਾਬ ਸਰਕਾਰ ਵੀ ਉੱਥੇ ਕਾਂਗਰਸ ਦੀ ਆ, ਸੈਂਟਰ ਦੇ ਵਿੱਚ BJP ਆ, ਕਿਉਂਕਿ ਇਹ ਦਿਖਾਇਆ ਤਾਂ ਇਹ ਜਾਂਦਾ ਉਹ ਲੀਡਰ ਜਿਹੜੇ ਆ ਕਿ ਕਿੱਦਾਂ ਕਰਨਾ ਤੁਸੀਂ, ਉਹ ਮੰਨ ਜਾਂਦੇ ਆ, ਉਹਨਾਂ ਨੂੰ ਭਰਮਾ ਲਿਆ ਜਾਂਦਾ ਆ। ਤੇ ਹੁਣ ਉਹਦੇ ਵਿੱਚ ਜੇ ਅੱਜ ਅਸੀਂ ਗੱਲ ਕਰੀਏ ਕਿ ਉਹਦਾ ਜਿਹੜਾ ਮੁੱਖ ਬੋਝ ਆ ਸੜਕਾਂ ਜੇ ਅਸੀਂ ਲੀਜ਼ ਤੇ ਦਿੱਤੀਆਂ, ਪ੍ਰਾਈਵੇਟ ਜਿਹੜੀ ਅਦਾਰੇ ਆ ਉਹਨਾਂ ਨੇ ਟੋਲ ਵੀ ਵਧਾਉਣੇ ਆ ਜੀ। ਉਹ ਟੋਲ ਦਾ ਖਰਚਾ ਜਿਹੜਾ ਇੱਕ ਤਾਂ ਤੁਸੀਂ ਉਹ ਤੋਂ ਵੀ ਸਰਕਾਰਾਂ ਲੀਜ਼ ਲੈ ਰਹੀਆਂ। ਹੁਣ ਤੁਸੀਂ ਪੈਟਰੋਲ ਦੀ ਗੱਲ ਕਰ ਲਓ, 100 ਰੁਪਏ ਤੋਂ ਉੱਤੇ ਦਾ ਵਿਕਦਾ, ਜਦ ਕਿ ਜੇ ਇਹਦਾ ਉੱਦਾਂ ਰੇਟ ਆਪਾਂ ਇੰਟਰਨੈਸ਼ਨਲ ਲੈਵਲ ਤੇ ਕੱਢੀਏ ਆਪਾਂ ਇਹ 70-75 ਰੁਪਏ ਦਾ ਪੈਂਦਾ ਜੀ। 25-30 ਰੁਪਏ ਜਿਹੜਾ ਆ ਸਟੇਟ ਤੇ ਗਵਰਨਮੈਂਟ ਜਿਹੜਾ ਆ ਟੈਕਸ ਤੋਂ ਵਸੂਲ ਕਰੀ ਜਾਂਦੀ ਆ 1 ਲੀਟਰ ਦੇ ਮਗਰ ਜੀ।
ਉਹ ਤੋਂ ਕੀ ਮਤਲਬ ਲੱਗਦਾ ਹੈ ਕਿ ਜਿਹੜੇ ਲੋਕਾਂ ਦੇ ਉੱਤੇ ਇੰਨੇ ਜ਼ਿਆਦਾ ਬੋਝ ਪਾਏ ਹੋਏ ਆ, ਲੋਕਾਂ ਦਾ ਤਾਂ ਇੱਕ ਤਰ੍ਹਾਂ ਦੇ ਨਾਲ ਕਚੂਮਰ ਕੱਢਿਆ ਹੋਇਆ। ਚਾਹੇ ਕਾਂਗਰਸ ਦੀ ਗੱਲ ਕਰੀਏ, ਚਾਹੇ ਬੀਜੇਪੀ ਦੀ, ਚਾਹੇ ਕਿਸੇ ਵੀ ਪਾਰਟੀ ਦੀ ਕਰੀਏ, ਦਲਜੀਤ ਜੀ ਇਹਨਾਂ ਦੇ ਬਸ ਦਸਤਾਰਾਂ ਦੇ ਰੰਗ ਬਦਲਦੇ ਆ ਜਾਂ ਜਿਹੜੇ ਚੋਣ ਨਿਸ਼ਾਨ ਆ ਉਹ ਬਦਲਦੇ। ਜਿਹੜੀ ਰਾਜਨੀਤੀ ਦਾ ਮੁੱਖ ਬਿੰਦੂ ਆ ਉਹ ਇਹਨਾਂ ਦਾ ਸੇਮ ਹੁੰਦਾ ਕਿ ਰਾਜਨੀਤੀ ਅਸੀਂ ਆਪਣੀ ਜਿਹੜੀ ਪਾਰਟੀ ਆ ਉਹਦਾ ਰਾਜ ਕਾਇਮ ਕਿਵੇਂ ਰੱਖਣਾ। ਹੁਣ ਬੀਜੇਪੀ ਦਾ ਵੀ ਜੇ ਗੱਲ ਕਰੀਏ, ਜੇ ਸਾਡੀ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਉਹਦੀ ਫਿਰ ਰਾਜਨੀਤੀ ਜਿਹੜੀ ਆ ਉਹ ਭਾਰਤ ਦੇ ਮੁੱਦਿਆਂ ਵੱਲ ਨਹੀਂ ਘੁੰਮਦੀ, ਉਹਦੀ ਘੁੰਮਦੀ ਹੈ ਕਿ ਕਿਹੜੇ ਰਾਜ, ਕਿਹੜਾ ਰਾਜ ਹੈ ਉਹਦੇ ਵਿੱਚ ਸਾਡਾ ਰਾਜ ਨਹੀਂ ਹੈਗਾ, ਉਹ ਲਿਆਉਣਾ ਕਿੱਦਾਂ ਆ। ਇਹੀ ਕੁਝ ਹਾਲ ਜਿਹੜਾ ਸਾਡੀਆਂ ਦੂਜੀਆਂ ਪਾਰਟੀਆਂ ਦਾ। ਪਰ ਲੋਕਾਂ ਦੇ ਮੁੱਦੇ, ਜਿਹੜੇ ਭਾਰਤ ਦੇ ਮੁੱਦੇ ਆ, ਪੰਜਾਬ ਦੇ ਮੁੱਦੇ ਆ, ਉਹ ਉਦਾਂ ਦੇ ਉਦਾਂ ਖੜੇ ਆ। ਬਿਲਕੁਲ, ਕਿਉਂਕਿ ਲੋਕਾਂ ਦੀ ਪ੍ਰਾਇੋਰਟੀ ਅਜੇ ਮੁੱਦਿਆਂ ਦੇ ਉੱਤੇ ਨਹੀਂ ਜੀ। ਫਿਰ ਮੈਂ ਉੱਥੇ ਆਉਂਦਾ ਕਿ ਮੁੱਦੇ ਜਿਹੜੇ ਲੋਕਾਂ ਦੇ ਵਿੱਚ ਡਿਸਕਸ਼ਨ, ਤੁਸੀਂ ਸੱਥਾਂ ਦੇ ਵਿੱਚ ਗੱਲ ਕਰੋ ਜੀ, ਸੱਥਾਂ ਦੇ ਵਿੱਚ ਵੀ ਚੁਟਕਲੇ ਜਿਹੜੇ ਸੁਣਾਏ ਜਾਂਦੇ ਅੱਜ ਕੱਲ੍ਹ, ਪਹਿਲਾਂ ਗੱਲਾਂ ਹੁੰਦੀਆਂ ਸੀ, ਡਿਬੇਟ ਹੁੰਦੀਆਂ ਸੀ, ਪਿੰਡ ਦੀ ਸੱਥ ਤੋਂ ਸ਼ੁਰੂ ਹੋ ਜਾਂਦੀਆਂ ਸੀ, ਜੀ। ਫਿਰ ਜ਼ਿਲ੍ਹਾ ਲੈਵਲ ਤੇ ਡੀਸੀ ਦਫ਼ਤਰ ਦੇ ਬਾਹਰ ਕਿਤੇ ਖੜ ਜਾਣਾ ਤੇ ਉੱਥੇ ਜਾ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ, ਚਾਹਾਂ ਦੇ ਖੋਖਿਆਂ ਦੇ ਉੱਤੇ, ਜੀ, ਜਿੱਥੇ ਬਾਲ ਕਟਾਉਣ ਜਾਂਦੇ ਹੁੰਦੇ ਸੀ, ਹੇਅਰ ਡਰੈਸਰਾਂ ਦੀਆਂ ਦੁਕਾਨਾਂ ਦੇ ਉੱਤੇ, ਜੀ, ਗਰੋਸਰੀ ਜਦੋਂ ਲੈਣ ਜਾਂਦੇ ਸੀ ਉਹ ਦੁਕਾਨਦਾਰਾਂ ਦੇ ਨਾਲ ਗੱਲਾਂ ਕਰਨੀਆਂ। ਜੀ। ਉਸ ਵੇਲੇ ਮਹਿੰਗਾਈ ਦੇ ਉੱਤੇ, ਬੇਰੁਜ਼ਗਾਰੀ ਦੇ ਉੱਤੇ, ਅਜੇ 15-20 ਸਾਲ ਪੁਰਾਣੀ ਗੱਲ ਮੈਂ ਤੁਹਾਨੂੰ ਦੱਸ ਰਿਹਾ, ਜੀ, ਡਿਬੇਟ ਹੁੰਦੀ ਸੀ। ਅੱਜ ਕੱਲ੍ਹ ਡਿਬੇਟ ਕੀ ਆ, ਹੱਸਦੇ ਆ ਲੋਕ। ਉਦੋਂ ਤਾਂ ਦਲਜੀਤ ਜੀ ਭਾਬੀ ਚੁੰਮਿਆਂ ਵਾਲੀ ਨਹੀਂ ਨਾ ਹੁੰਦੀ। ਬਿਲਕੁਲ ਨਹੀਂ, ਉਦੋਂ ਟਿਕਟੌਕ ਨਹੀਂ ਸੀ ਹੁੰਦਾ, ਉਦੋਂ ਵੀ ਸਭ ਕੁਝ ਇਹ ਸੀ। ਹੁਣ ਜਿਹੜਾ ਆ ਸਾਡੀ ਜਿਹੜੀ, ਜਦੋਂ ਬੈਠੇ ਵੀ ਹੁੰਦੇ ਸੱਥ ਦੇ ਵਿੱਚ, ਹਰ ਕੋਈ ਮੋਬਾਈਲ ਆਪਣਾ ਲੈ ਕੇ ਬੈਠਾ, ਜੀ, ਉਹਦੇ ਵਿੱਚ ਜਿਹੜੀਆਂ ਇਦਾਂ ਦੀਆਂ ਫਨੀ ਚੀਜ਼ਾਂ ਆ, ਸਾਨੂੰ ਇੰਨਾ ਇੰਟਰਟੇਨਮੈਂਟ ਕਰ ਦਿੱਤਾ ਜਾਂਦਾ ਕਿ ਸਾਨੂੰ ਜਿਹੜਾ ਆ, ਸਾਡੇ ਜਿਹੜੇ ਮੁੱਦੇ ਆ ਉਹ ਤਾਂ ਭੁੱਲੇ ਹੀ ਜਾਂਦੇ ਆ। ਜਿੱਦਾਂ ਉਹ ਕਹਿੰਦੇ ਹੁੰਦੇ ਆ ਵੀ ਜਿਹੜਾ ਕਬੂਤਰ ਆ ਬਿੱਲੀ ਨੂੰ ਦੇਖਦਾ ਉਹ ਅੱਖਾਂ ਮੀਟ ਲੈਂਦਾ, ਜੀ, ਉਹ ਆਪਣੇ ਆਪ ਨੂੰ ਅਸਲ ਦੇ ਵਿੱਚ ਸੈਟੀਸਫਾਈ ਕਰ ਦਿੰਦਾ, ਨਹੀਂ ਵੀ ਕੁਝ ਨਹੀਂ ਦੱਸ ਰਿਹਾ ਮੈਨੂੰ। ਜੀ, ਬਿਲਕੁਲ ਦਲਜੀਤ ਜੀ। ਮੁੱਦੇ ਚਾਹੇ ਜਿੰਨੇ ਮਰਜ਼ੀ ਭੁੱਲੀਏ, ਪਰ ਮੁੱਦੇ ਸਾਡੇ ਸਾਹਮਣੇ ਖੜੇ ਆ। ਪੰਜਾਬ ਦਿਨੋਂ ਦਿਨ ਜਿਹੜੀ ਇੱਕ ਬਹੁਤ ਹੀ ਗਹਿਰੀ ਜਿਹੜੀ ਖਾਈ ਹੈ ਉਹਦੇ ਵੱਲ ਨੂੰ ਜਾ ਰਿਹਾ, ਇੱਕ ਕਰਜ਼ੇ ਦੇ ਜਿਹੜੇ ਹਨੇਰੇ ਵੱਲ ਜਾ ਰਿਹਾ ਹੈ। ਉਹਦੇ ਵਿੱਚੋਂ ਪੰਜਾਬ ਨੇ ਨਿਕਲਣਾ ਕਿੱਦਾਂ, ਇਹ ਪੰਜਾਬ ਦੇ ਲੋਕਾਂ ਨੇ ਸੋਚਣਾ। ਸੋ ਸਾਡੀ ਤਾਂ ਇੱਕ ਵਾਰ ਫਿਰ ਤੋਂ ਇਹੀ ਬੇਨਤੀ ਹੈ ਇੰਡੋਜ਼ ਟੀਵੀ ਦੇ ਅਦਾਰੇ ਵੱਲੋਂ ਕਿ ਜਿਹੜੀ 2022 ਦੇ ਵਿੱਚ ਵੋਟਾਂ ਆ ਜਾਂ ਚੋਣਾਂ ਆ, ਉਹਦੇ ਵਿੱਚ ਜਿਹੜੀ ਆਪਣੀ ਵੋਟ ਆ ਉਹ ਬਹੁਤ ਸੋਚ ਸਮਝ ਕੇ ਪਾਇਓ। ਦਲਜੀਤ ਜੀ ਚੱਲੀਏ, ਹੁਣ ਸਮਾਂ ਹੋ ਗਿਆ। ਤੁਸੀਂ ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਹਫਤੇ। ਸੋ ਦੋਸਤੋ, ਸਭ ਤੋਂ ਪਹਿਲਾਂ ਜੇ ਟਿੱਪਣੀਆਂ ਦੀ ਗੱਲ ਕਰਾਂ ਤਾਂ ਰੋਸ਼ਨ ਲਾਲ ਹੁਣੀ, ਮੇਜਰ ਹੇਅਰ, ਰਸ਼ਪਾਲ ਹੇਅਰ, ਅਵਤਾਰ ਬਾਂਸਲ, ਮਲਕੀ ਸਿੰਘ ਤੇ ਹੋਰ ਬਹੁਤ ਸਾਰੇ ਦੋਸਤ, ਕਰਨੈਲ ਸਿੰਘ ਬਾਂਸਲ, ਇਹਨਾਂ ਸਾਰਿਆਂ ਦੀ ਟਿੱਪਣੀਆਂ ਆਈਆਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਨੂੰ ਪਸੰਦ ਕੀਤਾ, ਆਪਣੀਆਂ ਟਿੱਪਣੀਆਂ ਨਾਲ ਸ਼ਿਰਕਤ ਕੀਤੀ। ਇਸ ਤਰ੍ਹਾਂ ਜੇਕਰ ਤੁਸੀਂ ਕੋਈ ਆਪਣੀ ਦਿਲ ਦੀ ਗੱਲ ਕਰਨੀ ਚਾਹੁੰਦੇ ਹੁੰਦੇ ਆ ਤਾਂ ਤੁਸੀਂ ਆਪਣੀ ਟਿੱਪਣੀਆਂ ਨਾਲ, ਆਪਣੇ ਫੋਨ ਕਾਲ ਨਾਲ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਗੱਲ ਰੱਖ ਸਕਦੇ ਆ। ਅਸੀਂ ਫਿਰ ਅਗਲੇ ਹਫਤੇ ਇਸੇ ਤਰ੍ਹਾਂ ਲਾਈਵ ਜੁੜਾਂਗੇ ਤੁਹਾਡੇ ਨਾਲ। ਤਦ ਤੱਕ ਦਿਓ ਇਜਾਜ਼ਤ। ਮੈਨੂੰ ਦੇਵ ਸਿੱਧੂ ਨੂੰ ਤੇ ਨਾਲ ਦਲਜੀਤ ਸਿੰਘ ਹੁਣਾਂ ਨੂੰ। ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।